जी गुड इवनिंग टू ऑल ऑफ यू। गुड इवनिंग डॉक्टर साहब गुड इवनिंग जी एंड वेलकम बैक टू द हर्बल चैनल। ਤੇ ਅੱਜ ਆਪਾਂ ਜ਼ੂਮ ਤੇ ਫਿਰ ਤੋਂ ਇੱਕ ਵਾਰ ਜਿਹੜੇ ਆ ਪ੍ਰੈਜ਼ੈਂਟ ਹੋਏ ਆ। ਡਾਕਟਰ ਸਾਹਿਬ ਆਪਣਾ ਬਹੁਤ ਕੀਮਤੀ ਵਕਤ ਕੱਢ ਕੇ ਸਾਡੇ ਨਾਲ ਜੁੜੇ ਆ। ਇੱਕ ਬਹੁਤ ਹੀ ਇੰਪੋਰਟੈਂਟ ਜਿਹੜੀ ਆ ਛੋਟੀ ਤੋਂ ਲੈ ਕੇ ਵੱਡੀ ਤੋਂ ਵੱਡੀ ਬਿਮਾਰੀ ਦੇ ਬਹੁਤ ਸਾਰੀਆਂ ਪ੍ਰੋਬਲਮਸ ਹੈਗੀਆਂ ਜਿਨ੍ਹਾਂ ਨੂੰ ਆਪਾਂ ਸ਼ੇਅਰ ਕਰਦੇ ਆ ਤੁਹਾਡੇ ਨਾਲ। ਤੇ ਅੱਜ ਦੀ ਜਿਹੜੀ ਸਾਡੀ ਟੌਪਿਕ ਹੈਗਾ ਆ ਹਾਊ ਟੂ ਮੈਨੇਜ ਸਿੰਪਟਮਸ ਆਫ ਕਾਮਨ ਏਲਮੈਂਟਸ ਕਿ ਜਿਹੜੇ ਛੋਟੀਆਂ ਮੋਟੀਆਂ ਪ੍ਰੋਬਲਮਸ ਇਨਫੈਕਸ਼ਨਸ ਹੁੰਦੀਆਂ ਆ ਉਹਨਾਂ ਦੇ ਕੀ ਲੱਛਣ ਹੁੰਦੇ ਆ। ਡਾਕਟਰ ਜਗਤਜੀਤ ਸਿੰਘ ਵਿਰਕ ਜੀ ਸਾਡੇ ਨਾਲ ਸ਼ੇਅਰ ਕਰਨਗੇ ਅੱਜ। ਤੇ ਹੋਪ ਤੁਸੀਂ ਸਾਰੇ ਇਸ ਚੀਜ਼ ਨੂੰ ਤੁਹਾਡੇ ਲਈ ਹੈਲਪਫੁਲ ਹੋਊਗੀ, ਯੂਜ਼ਫੁਲ ਹੋਊਗੀ। ਤੇ ਆਪਾਂ ਡਾਕਟਰ ਸਾਹਿਬ ਦਾ ਵੈਲਕਮ ਕਰਦੇ ਹਾਂ। ਡਾਕਟਰ ਜਗਤਜੀਤ ਸਿੰਘ ਵਿਰਕ ਜੀ ਦਾ ਫਗਵਾੜਾ ਤੋਂ MBBS FAMS FCGP PGD ਜੀ ਆ। ਤੇ ਅੱਜ ਦਾ ਆਪਾਂ ਜਿਹੜਾ ਸੈਸ਼ਨ ਆ ਸਟਾਰਟ ਕਰਦੇ ਹਾਂ। ਵੈਲਕਮ ਡਾਕਟਰ ਸਾਹਿਬ। ਥੈਂਕ ਯੂ ਚੇਤਨਾ ਜੀ। ਜੀ ਹੈਲੋ, ਹਾਂਜੀ ਮੇਰੇ ਬਹੁਤ ਹੀ ਪਿਆਰੇ ਭੈਣੋ ਤੇ ਭਰਾਵੋ, ਅੱਜ ਅਸੀਂ ਇੱਕ ਨਵਾਂ ਟੌਪਿਕ ਲੈ ਕੇ ਹਾਜ਼ਰ ਹੋਏ ਹਾਂ। ਅਸੀਂ ਆਪਣੇ ਜਿਹੜੀਆਂ ਆਮ ਬਿਮਾਰੀਆਂ ਹੈ ਉਹਨਾਂ ਦੀਆਂ ਅਲਾਮਤਾਂ ਨੂੰ ਕਿਸ ਤਰ੍ਹਾਂ ਘਰ ਵਿੱਚ ਹੀ ਮੈਨੇਜ ਕਰ ਸਕੀਏ। ਇੱਕ ਕੋਟ ਮੈਨੂੰ ਯਾਦ ਆਉਂਦੀ ਆ ਕਿ ਇੱਕ ਚੰਗਾ ਕਰਨ ਵਾਲੇ ਦੀ ਸ਼ਕਤੀ ਕਿਸੇ ਵਿਸ਼ੇਸ਼ ਯੋਗਤਾ ਤੋਂ ਨਹੀਂ ਬਲਕਿ ਵਿਸ਼ਵ ਵਿਆਪੀ ਇਲਾਜ ਸ਼ਕਤੀ ਨੂੰ ਪ੍ਰਗਟ ਕਰਨ ਲਈ ਹਿੰਮਤ ਅਤੇ ਜਾਗਰੂਕਤਾ ਨੂੰ ਬਣਾਈ ਰੱਖਣ ਤੋਂ ਪੈਦਾ ਹੁੰਦੀ ਹੈ, ਜੋ ਹਰ ਮਨੁੱਖ ਕੋਲ ਕੁਦਰਤੀ ਤੌਰ ਤੇ ਹੁੰਦੀ ਹੈ। ਸੋ ਇਹ ਕੋਟ ਜਿਹੜੀ ਹੈ ਇਹ ਸਾਨੂੰ ਦੱਸਦੀ ਹੈ ਕਿ ਹਰ ਇਨਸਾਨ ਦੇ ਵਿੱਚ ਉਹ ਸ਼ਕਤੀ ਹੈ ਆਪਣੇ ਆਪ ਨੂੰ ਠੀਕ ਕਰਨ ਦੇ ਲਈ। ਮੈਂ ਜਿਸ ਤਰ੍ਹਾਂ ਮੇਰੀ ਇੰਟਰੋਡਕਸ਼ਨ ਦਿੱਤੀ ਹੈ, ਡਾਕਟਰ ਜਗਤਜੀਤ ਸਿੰਘ ਵਿਰਕ MBBS FCGP FAMS PGDGM ਤੋਂ ਮੁਖਾਤਮ ਹਾਂ। ਇਹਦੇ ਵਿੱਚ ਕਾਮਨ ਏਲਮੈਂਟ ਕਿਹੜੀ ਹੁੰਦੀ ਹੈਗੀ ਆ, ਇਹ ਇੱਕ ਟਰਮ ਹੈ ਜਿਹੜੀ ਕਾਮਨ ਆਮ ਜਿਹੜੀਆਂ ਬਿਮਾਰੀਆਂ ਹੈਗੀਆਂ ਆ ਉਹਨਾਂ ਨੂੰ, ਜਿਨ੍ਹਾਂ ਨੂੰ ਕਿ ਕੋਈ ਟੈਸਟ ਦੀ ਜ਼ਰੂਰਤ ਨਹੀਂ ਹੁੰਦੀ, ਉਹਨਾਂ ਨੂੰ ਆਮ ਬਲੱਡ ਟੈਸਟ ਜਿਹੜੇ ਆ ਉਹ ਨਹੀਂ ਕਰਾਉਣੇ ਪੈਂਦੇ ਤੇ ਬਹੁਤ ਮਾਈਨਰ ਜਿਹੀ ਤਕਲੀਫ ਹੁੰਦੀ ਹੈਗੀ ਆ ਜਿਹੜੀ ਕਿ ਡਾਕਟਰ ਕੋਲ ਜਾਣ ਤੋਂ ਬਿਨਾਂ ਹੀ ਤੁਹਾਨੂੰ ਠੀਕ ਹੋ ਜਾਂਦੀ ਆ। ਉਹਨੂੰ ਅਸੀਂ ਕਾਮਨ ਏਲਮੈਂਟ ਕਹਿੰਦੇ ਆ। ਇਹ ਜਿਹੜੀ ਬਿਮਾਰੀ ਹੈ ਇਹ ਕਾਮਨ ਡਿਜ਼ੀਜ਼ ਹੈ। ਇਲਨੈਸ ਤੇ ਡਿਜ਼ੀਜ਼ ਦੇ ਵਿੱਚ ਫਰਕ ਕੀ ਹੈਗਾ? ਇਲਨੈਸ ਜਿਹੜੀ ਆ ਉਹ ਬੋਡੀ ਨੂੰ ਤੇ ਮਾਈਂਡ ਨੂੰ ਦੋਨਾਂ ਨੂੰ ਅਫੈਕਟ ਕਰਦੀ ਹੈਗੀ ਆ ਬਹੁਤ ਡਿਫਰੈਂਟ ਕੈਪੈਸਿਟੀਜ਼ ਦੇ ਨਾਲ। ਜਿਹੜੀ ਡਿਜ਼ੀਜ਼ ਹੈਗੀ ਆ ਉਹਦਾ ਸਪੈਸੀਫਿਕ ਰਿਜ਼ਲਟ ਹੁੰਦਾ ਬੋਡੀ ਦੇ ਪਾਰਟ ਦੇ ਉੱਤੇ ਜਾਂ ਬੋਡੀ ਦੇ ਫੰਕਸ਼ਨ ਦੇ ਉੱਤੇ। ਜਿਹੜੀ ਇਲਨੈਸ ਹੈਗੀ ਆ ਉਹ ਸਾਨੂੰ ਪਰਸੀਵ ਹੁੰਦੀ ਨੋਸ਼ਨ, ਜਿਸ ਤਰ੍ਹਾਂ ਕਿ ਮੇਰਾ ਮਨ ਨਹੀਂ ਕਰਦਾ, ਮੈਨੂੰ ਘਬਰਾਹਟ ਹੁੰਦੀ ਆ, ਮੇਰਾ ਅੱਜ ਬੋਲਣ ਨੂੰ ਰੂਹ ਨਹੀਂ ਕਰਦੀ, ਇਹ ਜਿਹੜੀ ਆ ਇਹਨੂੰ ਅਸੀਂ ਇਲਨੈਸ ਕਹਿੰਦੇ ਹੈਗੀਆਂ, ਜਿਹੜੀ ਸੈਲਫ ਡਾਇਗਨੋਸਿਸ ਤੋਂ ਕਰਦੀ ਹੈ। ਇਹਨੂੰ ਕਿਸੇ ਡਾਕਟਰ ਨੂੰ ਕੋਈ ਜਾਣ ਦੀ ਜ਼ਰੂਰਤ ਨਹੀਂ ਹੁੰਦੀ, ਇਹ ਸਾਨੂੰ ਆਪਣੇ ਆਪ ਹੀ ਪਤਾ ਲੱਗ ਜਾਂਦਾ ਕਿ ਸਾਨੂੰ ਇਹ ਅਨਵੈਲਨੈਸ ਹੈਗੀ ਆ। ਪਰ ਜਿਹੜੀ ਡਿਜ਼ੀਜ਼ ਹੈਗੀ ਆ ਉਹ ਇੱਕ ਐਕਸਪਰਟ ਡਾਕਟਰ ਤੋਂ ਹੀ ਡਾਇਗਨੋਜ਼ ਹੁੰਦੀ ਆ ਕਿ ਉਹ ਡਿਜ਼ੀਜ਼ ਕੀ ਹੈ। ਇਹ ਡਿਫਰੈਂਸ ਹੈ ਇਲਨੈਸ ਔਰ ਡਿਜ਼ੀਜ਼ ਦੇ ਵਿੱਚ। ਕਾਮਨ ਡਿਜ਼ੀਜ਼ਸ ਇੰਡੀਆ ਦੇ ਵਿੱਚ ਕਿਹੜੀਆਂ ਹੈਗੀਆਂ ਆ? ਜਿਹੜੀਆਂ ਡਿਜ਼ੀਜ਼ਸ ਜਿਹੜੀਆਂ ਮੈਕਸਿਮਮ ਹੈਲਥ ਇੰਸ਼ੋਰੈਂਸ ਦੇ ਵਿੱਚ ਜ਼ਿਆਦਾਤਰ ਆਉਂਦੀਆਂ ਆ ਉਹ ਕਾਰਡੀਓਵੈਸਕੂਲਰ ਡਿਜ਼ੀਜ਼ਸ ਹੈਗੀਆਂ। ਕਾਰਡੀਓਵੈਸਕੂਲਰ ਡਿਜ਼ੀਜ਼ਸ ਉਹ ਆ ਜਿਹੜੀਆਂ ਕਿ ਹਾਰਟ ਦੇ ਨਾਲ ਰਿਲੇਟਡ ਹੈਗੀਆਂ, ਜਿੱਦਾਂ ਕਿ ਹਾਰਟ ਅਟੈਕ ਹੈ, ਹਾਰਟ ਫੇਲਿਅਰ ਹੈ, ਹਾਰਟ ਦੀ ਕਾਰਡੀਓਮਾਇਓਪੈਥੀ ਹੈ, ਏਓਰਟਿਕ ਸਟੀਨੋਸਿਸ ਹੈ, ਮਾਈਟਰਲ ਸਟੀਨੋਸਿਸ ਹੈਗਾ ਆ, ਤੇ ਹੋਰ ਵੀ ਕਈ ਬਿਮਾਰੀਆਂ ਜਿਹੜੀਆਂ ਰਿਦਮ ਦੀਆਂ ਹੈਗੀਆਂ, ਉਹ ਐਟਰੀਅਲ ਫਿਬਰੀਲੇਸ਼ਨ ਹੈ, ਜਾਂ ਹੋਰ ਜਿੰਨੀਆਂ ਵੀ ਕਾਰਡੀਓ ਹਾਰਟ ਦੇ ਨਾਲ ਰਿਲੇਟਡ ਡਿਜ਼ੀਜ਼ਸ ਆ ਉਹ ਨੰਬਰ 1 ਦੇ ਉੱਤੇ ਹੈਗੀਆਂ। ਫਿਰ ਸਾਹ ਦੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਆ ਉਹ ਆਉਂਦੀਆਂ, ਫਿਰ TB ਟੂਬਰਕਲੋਸਿਸ ਆਉਂਦੀ ਹੈਗੀ ਆ, ਫਿਰ ਜਿੰਨੇ ਵੀ ਟਿਊਮਰਸ ਹੈ ਜਾਂ ਮੈਲੀਗਨੈਂਟ ਕੈਂਸਰ ਹੈਗੇ ਆ ਉਹ ਆਉਂਦੇ ਹੈਗੇ ਆ।
ਫਿਰ ਡਾਈਜੈਸਟਿਵ ਡਿਜ਼ੀਜ਼ਸ ਹੈਗੀਆਂ ਜਿਹੜੀਆਂ ਸਾਡੀਆਂ ਪਾਚਨ ਸ਼ਕਤੀ ਦੀਆਂ ਡਿਜ਼ੀਜ਼ਸ ਹੈਗੀਆਂ ਆ। ਫਿਰ ਜਿੰਨੇ ਵੀ ਬਿਮਾਰੀਆਂ ਬੁਖਾਰ ਹੈ ਜਾਂ ਇਨਫੈਕਸ਼ਨਸ ਹੈਗੀਆਂ ਜਿੱਦਾਂ ਸਪੈਸ਼ਲੀ ਮਲੇਰੀਆ ਹੈ, ਇਸ ਤਰ੍ਹਾਂ ਦੀਆਂ ਬਿਮਾਰੀਆਂ ਆਉਂਦੀਆਂ। ਫਿਰ ਅਨਇੰਟੈਂਸ਼ਨਲ ਇੰਜਰੀਜ਼ ਹੈਗੀਆਂ ਜਿਹੜੀਆਂ ਐਕਸੀਡੈਂਟਸ ਤੋਂ ਇੰਜਰੀਜ਼ ਹੋ ਜਾਂਦੀਆਂ ਹੈਗੀਆਂ। ਫਿਰ ਡਾਇਰੀਅਲ ਡਿਜ਼ੀਜ਼ਸ ਜਿਹੜੀਆਂ ਕਿ ਪੇਟ ਦੀਆਂ ਬਿਮਾਰੀਆਂ ਟੱਟੀਆਂ ਲੱਗਣ ਦੇ ਨਾਲ ਹੋ ਜਾਂਦੀਆਂ ਹੈਗੀਆਂ ਆ। ਇਹ ਸਾਰੀਆਂ ਜਿਹੜੀਆਂ ਆ ਕਾਮਨ ਇੰਡੀਆ ਦੇ ਵਿੱਚ ਡਿਜ਼ੀਜ਼ਸ ਪਾਈਆਂ ਜਾਂਦੀਆਂ ਹੈਗੀਆਂ ਆ। ਕਾਮਨ ਇਲਨੈਸਿਸ ਕਿਹੜੀਆਂ ਹੈਗੀਆਂ ਆ? ਇਹ ਤਾਂ ਕਾਮਨ ਇਲਨੈਸਿਸ ਹੈਗੀਆਂ ਅਲਰਜੀ ਹੈਗੀਆਂ, ਜਿਹੜੀ ਕਿ ਨਿਛਾਂ ਆ ਗਈਆਂ, ਖਾਰਿਸ਼ ਹੋ ਗਈ, ਨੱਕ ਵਗਣ ਲੱਗ ਪਿਆ, ਅੱਖਾਂ ਦੇ ਵਿੱਚ ਲਾਲੀ ਆ ਗਈ, ਡਾਇਰੀਆ ਹੋ ਗਿਆ, ਟੱਟੀਆਂ ਲੱਗ ਗਈਆਂ, ਹੈਡੇਕ ਹੋ ਗਿਆ, ਪੇਟ ਦੇ ਵਿੱਚ ਦਰਦ ਹੋ ਗਿਆ। ਇਹ ਕਾਮਨ ਇਲਨੈਸਿਸ ਹੈਗੀਆਂ ਜਿਹੜੀਆਂ ਕਿ ਆਮ ਆਦਮੀ ਨੂੰ ਹੋ ਜਾਂਦੀਆਂ ਹੈਗੀਆਂ ਆ। ਹੈਲਥ ਕੰਡੀਸ਼ਨਸ ਕਿਹੜੀਆਂ ਕਿਹੜੀਆਂ ਹੈਗੀਆਂ ਆ? ਜਿੱਦਾਂ ਹਾਰਟ ਡਿਜ਼ੀਜ਼ ਮੈਂ ਤੁਹਾਨੂੰ ਦੱਸਿਆ ਹੈ, ਕੈਂਸਰ ਦੱਸਿਆ ਹੈ, ਲੋਅਰ ਰੈਸਪੀਰੇਟਰੀ ਡਿਜ਼ੀਜ਼ ਜਿੱਦਾਂ ਐਸਥਮਾ ਹੈ, ਐਮਫਾਈਸੀਮਾ ਹੈ, ਕ੍ਰੋਨਿਕ ਬ੍ਰੋਂਕਾਈਟਿਸ ਹੈ, ਇਹ ਹੈ। ਫਿਰ ਓਬੈਸਿਟੀ ਹੈ, ਮੋਟਾਪਾ ਹੈ, ਇਹ ਵੀ ਇੱਕ ਬਿਮਾਰੀ ਹੈ। ਅਲਜ਼ਾਈਮਰਸ ਡਿਜ਼ੀਜ਼ ਹੈ ਜਿਹਦੇ ਵਿੱਚ ਭੁੱਲਣ ਸ਼ਕਤੀ ਪ੍ਰਡੋਮੀਨੈਂਟ ਹੋ ਜਾਂਦੀ ਹੈ। ਸ਼ੂਗਰ ਦੀ ਬਿਮਾਰੀ ਵੀ ਜਿਹੜੀ ਕਾਮਨ ਕੰਡੀਸ਼ਨ ਹੈਗੀ ਆ। ਫਿਰ ਸਬਸਟੈਂਸ ਅਬਿਊਜ਼, ਜਿਹੜੇ ਲੋਕੀ ਨਸ਼ੇ ਕਰਦੇ ਹੈਗੇ ਆ। ਫਿਰ ਇਨਫਲੂਐਂਜ਼ਾ ਤੇ ਨਿਮੋਨੀਆ ਵਗੈਰਾ ਹੋ ਜਾਂਦੀ, ਕਿਡਨੀ ਡਿਜ਼ੀਜ਼ ਹੋ ਜਾਂਦੀ, ਮੈਂਟਲ ਹੈਲਥ ਕੰਡੀਸ਼ਨਸ ਜਿਹੜੀਆਂ ਕਿ ਪਾਗਲਪਨ ਦੀਆਂ ਬਿਮਾਰੀਆਂ ਹੈਗੀਆਂ ਆ। ਇਹ ਸਾਰੀਆਂ ਕਾਮਨ ਹੈਲਥ ਕੰਡੀਸ਼ਨਸ ਹੈਗੀਆਂ ਆ। ਟੌਪ ਡੈਡਲੀਐਸਟ ਡਿਜ਼ੀਜ਼ਸ ਕਿਹੜੀਆਂ ਹੈਗੀਆਂ ਆ? ਜਿਨ੍ਹਾਂ ਦੇ ਨਾਲ ਮੌਤਾਂ ਹੁੰਦੀਆਂ ਹੈਗੀਆਂ ਆ। ਕਾਰਡੀਓਵੈਸਕੂਲਰ ਡਿਜ਼ੀਜ਼ ਜਿਹੜੀ ਹੈ, ਕੋਰਨਰੀ ਆਰਟਰੀ ਡਿਜ਼ੀਜ਼ ਦੀਆਂ ਡੈਥਸ ਜਿਹੜੀਆਂ ਸਭ ਤੋਂ ਜ਼ਿਆਦਾ 15.5% ਲੋਕਾਂ ਨੂੰ ਵਰਲਡ ਦੇ ਵਿੱਚ ਹੁੰਦੀਆਂ ਹੈਗੀਆਂ। ਇਹ ਵਰਲਡ ਦੇ ਡਾਟਾ ਹੈ। ਸਟ੍ਰੋਕ ਜਿਹੜਾ ਕਿ ਅਧਰੰਗ ਦੀ ਬਿਮਾਰੀ ਹੈ 11.1% ਨੂੰ ਹੁੰਦਾ ਆ। ਸਾਹ ਦੀਆਂ ਬਿਮਾਰੀਆਂ ਜਿਹੜੀਆਂ ਆ 5.7% ਲੋਕਾਂ ਨੂੰ ਹੁੰਦਾ ਆ। COPD ਜਿਹੜੀ ਕ੍ਰੋਨਿਕ ਓਬਸਟਰਕਟਿਵ ਪਲਮਨਰੀ ਡਿਜ਼ੀਜ਼ ਹੈ, ਉਹ ਜਿਹੜੀ ਸਿਗਰਟ ਵਗੈਰਾ ਪੀਂਦੇ ਹੈਗੇ ਆ ਉਹਨਾਂ ਦੀ 5.6% ਲੋਕਾਂ ਨੂੰ ਡੈਥਸ ਹੁੰਦੀਆਂ ਆ। ਫਿਰ ਟ੍ਰੇਕੀਆ, ਬ੍ਰੋਂਕਾਈ ਤੇ ਲੰਗ ਦੇ ਕੈਂਸਰ ਜਿਹੜੇ ਹੈਗੇ ਆ ਉਹ 3% ਹੈਗੇ ਆ। ਫਿਰ ਸ਼ੂਗਰ ਦੀ ਬਿਮਾਰੀ 2.8% ਸਾਰੇ ਵਰਲਡ ਦੇ ਵਿੱਚ ਹੈਗੀ ਆ। ਫਿਰ ਅਲਜ਼ਾਈਮਰ ਡਿਜ਼ੀਜ਼ ਹੈਗੀ ਆ 2.7%। ਫਿਰ ਡਾਇਰੀਆ ਹੈਗਾ 2.5%। ਟਿਊਬਰਕਲੋਸਿਸ ਸਾਰੇ ਵਰਲਡ ਦੇ ਵਿੱਚ 2.4%। ਤੇ ਸਿਰੋਸਿਸ ਆਫ ਦਾ ਲਿਵਰ, ਜਿਗਰ ਦੀ ਬਿਮਾਰੀ ਜਿਹੜੀ ਹੈਗੀ ਆ 2.1% ਲੋਕਾਂ ਦੀ ਡੈਥ ਕਰਦੀ ਹੈਗੀ ਆ। ਫਿਰ ਮਾਈਨਰ ਏਲਮੈਂਟਸ ਕਿਹੜੀਆਂ ਹੈਗੀਆਂ? ਜਿਹੜੀਆਂ ਕਿ ਮੈਡੀਕਲ ਕੰਡੀਸ਼ਨ ਹੈਗੀਆਂ ਜਿਹੜੀਆਂ ਕਿ ਆਪਣੇ ਆਪ ਹੀ ਰਿਜ਼ੋਲਵ ਹੋ ਜਾਂਦੀਆਂ ਤੇ ਉਹ ਸੈਲਫ ਡਾਇਗਨੋਸ ਹੋ ਜਾਂਦੀਆਂ, ਸੈਲਫ ਮੈਨੇਜ ਹੋ ਜਾਂਦੀਆਂ ਤੇ ਤੁਸੀਂ ਜਾ ਕੇ ਕੈਮਿਸਟ ਤੋਂ ਉਹਦੀ ਗੋਲੀ ਲੈ ਲੈਂਦੇ ਆ। ਉਹ ਕਿਹੜੀਆਂ ਕਿਹੜੀਆਂ ਹੈਗੀਆਂ? ਜਿੱਦਾਂ ਹੈਡੇਕ ਹੋ ਗਿਆ, ਜਾਂ ਬੈਕ ਪੇਨ ਹੋ ਗਿਆ, ਜਾਂ ਕਿਸੇ ਇਨਸੈਕਟ ਨੇ ਬਾਈਟ ਕਰ ਦਿੱਤਾ, ਜਾਂ ਹਾਰਟ ਬਰਨ ਹੋ ਗਿਆ ਕਿ ਉੱਪਰ ਨੂੰ ਖੱਟੇ ਡਕਾਰ ਆ ਗਿਆ ਆ, ਜਾਂ ਨੱਕ ਦੇ ਵਿੱਚ ਕੰਜੈਸ਼ਨ ਹੋ ਗਈ ਜਾਂ ਨੱਕ ਬੰਦ ਹੋ ਗਿਆ। ਇਹ ਸਾਰੀਆਂ ਮਾਈਨਰ ਏਲਮੈਂਟਸ ਹੈਗੀਆਂ ਆ। ਫਿਜ਼ੀਕਲ ਏਲਮੈਂਟਸ ਕਿਹੜੀਆਂ ਹੈਗੀਆਂ? ਜਿਨ੍ਹਾਂ ਦੇ ਵਿੱਚ ਬੋਡੀਲੀ ਡਿਸਆਰਡਰ ਹੈਗੇ ਕ੍ਰੋਨਿਕ ਡਿਜ਼ੀਜ਼ਸ ਦੇ, ਜਿੱਦਾਂ ਕੋਈ ਸਟੋਮਕ ਏਲਮੈਂਟ ਹੋ ਗਈ ਆ। ਤੇ ਜਿਹੜੀ ਅਨਰੈਸਟ ਹੈਗੀ ਆ, ਅਨਈਜ਼ੀਨੈਸ ਹੈਗੀ ਆ, ਇਹ ਇਮੋਸ਼ਨਲ ਏਲਮੈਂਟ ਹੈ, ਇਹ ਫਿਜ਼ੀਕਲ ਨਹੀਂ ਹੈ। ਇਹ ਸਾਨੂੰ ਮਹਿਸੂਸ ਹੁੰਦੀ ਆ, ਇਹਦੇ ਨਾਲ ਕੋਈ ਫਿਜ਼ੀਕਲ ਚੈਲੰਜ ਨਹੀਂ ਹੁੰਦਾ। ਕਾਮਨ ਚਾਈਲਡਹੁੱਡ ਏਲਮੈਂਟਸ ਕਿਹੜੀਆਂ ਹੈਗੀਆਂ ਆ? ਜਿੱਦਾਂ ਬੱਚਿਆਂ ਨੂੰ ਸਾਹ ਦੀਆਂ ਬਿਮਾਰੀਆਂ ਹੋ ਜਾਂਦੀਆਂ, ਕੰਨ ਦੇ ਵਿੱਚ ਦਰਦ ਹੋ ਜਾਂਦਾ, ਕਈ ਵਾਰੀ ਬੱਚਾ ਸਿਨਕੋਪੀ ਫੇਂਟ ਹੋ ਕੇ ਡਿੱਗ ਪੈਂਦਾ ਹੈਗਾ, ਕਈ ਸਕਿਨ ਇਨਫੈਕਸ਼ਨਸ ਹੋ ਜਾਂਦੀਆਂ, ਐਗਜ਼ੀਮਾ ਵਗੈਰਾ ਹੋ ਜਾਂਦਾ ਹੈਗਾ ਆ, ਐਬਡੋਮੀਨਲ ਪੇਨ ਬੱਚਿਆਂ ਨੂੰ ਜ਼ਿਆਦਾ ਹੁੰਦਾ, ਡਾਇਰੀਆ, ਵੋਮਿਟਿੰਗ ਹੋ ਜਾਂਦੀ ਆ। ਇਹ ਸਾਰੀਆਂ ਬੱਚਿਆਂ ਦੀਆਂ ਬਿਮਾਰੀਆਂ ਕਾਮਨ ਹੈਗੀਆਂ ਆ। ਕਿਹੜੀ ਕਿਹੜੀ ਟਾਈਪ ਦੀ ਡਿਜ਼ੀਜ਼ ਹੈਗੀ ਆ? ਕਈ ਇਨਫੈਕਸ਼ੀਅਸ ਡਿਜ਼ੀਜ਼ਸ ਹੈਗੀਆਂ ਜਿਹੜੀਆਂ ਛੂਤ ਦੀਆਂ ਬਿਮਾਰੀਆਂ ਹੈਗੀਆਂ। ਕਈ ਡੈਫੀਸ਼ੀਐਂਸੀ ਡਿਜ਼ੀਜ਼ਸ ਹੈਗੀਆਂ ਜਿੱਦਾਂ ਕਿ ਵਿਟਾਮਿਨਸ ਦੀਆਂ ਡੈਫੀਸ਼ੀਐਂਸੀਜ਼ ਹੈਗੀਆਂ ਆ। ਫਿਰ ਕਈ ਹੈਰੀਡਿਟੀ ਡਿਜ਼ੀਜ਼ਸ ਹੈਗੀਆਂ ਜਿਹੜੀਆਂ ਸਾਡੇ ਜੀਨਸ ਦੇ ਵਿੱਚ ਆ ਜਾਂਦੀਆਂ ਹੈਗੀਆਂ ਆ। ਕਈ ਸਾਡੇ ਪੇਰੈਂਟਸ ਤੋਂ ਸਾਨੂੰ ਮਿਲਦੀਆਂ ਹੈਗੀਆਂ ਆ। ਕਈ ਫਿਜ਼ੀਓਲੋਜੀਕਲ ਡਿਜ਼ੀਜ਼ਸ ਹੈਗੀਆਂ ਆ ਜਿੱਦਾਂ ਡਾਇਬਟੀਜ਼ ਵਗੈਰਾ ਹੈਗੀਆਂ ਆ। ਇਹ ਜਿਹੜੀਆਂ ਹੈਗੀਆਂ ਅਦਰਵੇਜ਼ ਨਾਲ ਵੀ ਇਹ ਅਸੀਂ ਟਾਈਪ ਡਿਜ਼ੀਜ਼ਸ ਨੂੰ ਕਲਾਸੀਫਾਈ ਕਰ ਸਕਦੇ ਹਾਂ, ਜਿੱਦਾਂ ਛੂਤ ਦੀਆਂ ਬਿਮਾਰੀਆਂ ਤੇ ਨਾਨ ਛੂਤ ਦੀਆਂ ਬਿਮਾਰੀਆਂ। 10 ਕਮਿਊਨੀਕੇਬਲ ਡਿਜ਼ੀਜ਼ਸ ਛੂਤ ਦੀਆਂ ਬਿਮਾਰੀਆਂ ਕਿਹੜੀਆਂ ਹੈਗੀਆਂ ਆ? ਜਿੱਦਾਂ ਚਿਕਨ ਪੌਕਸ, ਸ਼ਿੰਗਲਸ ਹੈਗਾ ਜਿਹਨੂੰ ਛੋਟੀ ਮਾਤਾ ਕਹਿੰਦੇ ਹੈਗੇ ਆ। ਫਿਰ HIV ਐਪੀਡੈਮਿਕ ਹੈਗੀ ਆ।
ਹੈਪਾਟਾਈਟਿਸ ਬੀ ਹੈਗੀ, ਹੈਪਾਟਾਈਟਿਸ ਸੀ ਹੈ, ਲਿਵਰ ਦੀਆਂ ਬਿਮਾਰੀਆਂ ਹੈਗੀਆਂ, ਏਡਸ ਦੀ ਬਿਮਾਰੀ ਹੈਗੀ ਆ, STDs ਹੈਗੀਆਂ ਜਿਹੜੀਆਂ ਸੈਕਸੁਅਲੀ ਟ੍ਰਾਂਸਮਿਟਡ ਡਿਜ਼ੀਜ਼ਸ ਹੈਗੀਆਂ, ਇਨਫਲੂਐਂਜ਼ਾ ਹੈਗਾ, ਫਲੂ ਜਿਹਨੂੰ ਕਹਿੰਦੇ ਆ ਅਸੀਂ, ਮੰਪਸ ਹੈਗਾ ਜਿਹਨੂੰ ਭੱਬੂ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ, ਟੂਬਰਕਲੋਸਿਸ TB ਕਹਿ ਦਿੰਦੇ ਹੈਗੇ ਆ, ਪਿੰਕ ਆਈ ਜਿਹਨੂੰ ਪਿੰਕ ਅੱਖ ਹੋ ਜਾਂਦੀ ਹੈਗੀ ਆ, ਜਿਹਦੇ ਵਿੱਚ ਕੰਜੰਕਟਿਵਾਈਟਿਸ ਹੋ ਜਾਂਦੀ ਹੈਗੀ ਆ। ਇਹ ਸਾਰੀਆਂ ਕਮਿਊਨੀਕੇਬਲ ਡਿਜ਼ੀਜ਼ਸ ਆ, ਇੱਕ ਦੂਜੇ ਤੋਂ ਸਾਨੂੰ ਛੂਤ ਹੋ ਜਾਂਦੀ ਹੈਗੀ ਆ। ਵਾਇਰਸਿਸ ਦੀਆਂ ਡਿਜ਼ੀਜ਼ਸ ਕਿਹੜੀਆਂ ਹੈਗੀਆਂ ਆ? ਇੱਕ ਤਾਂ ਏਡਸ ਹੈ, ਕਾਮਨ ਕੋਲਡ ਜਿਹੜੀ ਹੈ ਫਲੂ ਵਾਲੀ, ਇਬੋਲਾ ਵਾਇਰਸ ਵਾਲੀ ਹੋ ਜਾਂਦੀ, ਜੈਨੀਟਲ ਹਰਪੀਜ਼ ਹੋ ਜਾਂਦੀ, ਇਨਫਲੂਐਂਜ਼ਾ ਹੋ ਜਾਂਦੀ, ਮੀਜ਼ਲਸ ਜਿਹੜੀ ਹੈਗੀ ਆ, ਚਿਕਨ ਪੌਕਸ ਹੈਗੀ ਛੋਟੀ ਮਾਤਾ, ਕਰੋਨਾ ਵਾਇਰਸ ਤੁਸੀਂ ਦੇਖਿਆ ਹੈਗਾ ਆ ਕਿ ਕਿੰਨਾ ਛੂਤ ਦਾ ਪ੍ਰਕੋਪ ਸੀ ਇਹਦੇ ਵਿੱਚ। ਪ੍ਰੈਗਨੈਂਸੀ ਦੇ ਵਿੱਚ ਮਾਈਨਰ ਏਲਮੈਂਟਸ ਕਿਹੜੀਆਂ ਕਿਹੜੀਆਂ ਹੁੰਦੀਆਂ ਹੈਗੀਆਂ? ਇੱਕ ਤਾਂ ਡਾਈਜੈਸਟਿਵ ਫੂਡ ਰਿਲੇਟਡ ਡਿਸਆਰਡਰਸ ਹੈਗੇ ਆ, ਨਾਸ਼ੀਆ, ਵੋਮਟਿੰਗ ਤੇ ਫੂਡ ਡਿਸਲਾਈਕਸ ਔਰ ਫੂਡ ਕ੍ਰੇਵਿੰਗਸ ਜਿਹੜੀਆਂ ਲੇਡੀਜ਼ ਨੂੰ ਹੋ ਜਾਂਦੀਆਂ, ਹਾਰਟ ਬਰਨ ਹੋ ਜਾਂਦਾ ਜਿੱਥੇ ਕਿ ਦਿਲ ਦੇ ਉੱਤੇ ਜਲਨ ਹੋ ਜਾਂਦੀ ਆ, ਕੰਸਟੀਪੇਸ਼ਨ ਕਬਜ਼ੀ ਹੋ ਜਾਂਦੀ ਆ, ਵੇਰੀਕੋਸ ਵੇਨਸ ਹੋ ਜਾਂਦੀਆਂ, ਜਿਹੜੀਆਂ ਲੱਤਾਂ ਦੀਆਂ ਵੇਨਸ ਹੈਗੀਆਂ ਉਹ ਪ੍ਰੋਮੀਨੈਂਟ ਹੋ ਜਾਂਦੀਆਂ, ਹੈਮਰੋਇਡਸ ਜਿਹਨਾਂ ਨੂੰ ਬਵਸੀਰ ਕਹਿੰਦੇ ਆ ਉਹ ਹੋ ਜਾਂਦੀ ਹੈਗੀ ਆ, ਮਸਕੂਲੋਸਕੈਲਟਲ ਦੇ ਵਿੱਚ ਜੁਆਇੰਟ ਪੇਨਸ ਲੇਡੀਜ਼ ਨੂੰ ਹੋਣ ਲੱਗ ਪੈਂਦੇ ਹੈਗੇ ਆ, ਲੈਗ ਕ੍ਰੈਂਪਸ ਜਿਹੜੇ ਆ, ਕ੍ਰੈਂਪ ਲੱਤਾਂ ਦੇ ਵਿੱਚ ਕ੍ਰੈਂਪਸ ਹੋ ਜਾਂਦੇ ਆ ਪ੍ਰੈਗਨੈਂਟ ਲੇਡੀਜ਼ ਦੇ ਲਈ। ਮੋਸਟ ਡੈਡਲੀ ਡਿਜ਼ੀਜ਼ਸ ਇੰਡੀਆ ਦੇ ਵਿੱਚ ਕਿਹੜੀਆਂ ਕਿਹੜੀਆਂ ਹੈਗੀਆਂ? ਇੰਡੀਆ ਦੇ ਵਿੱਚ ਵੀ ਕਾਰਡੀਓਵੈਸਕੂਲਰ ਡਿਜ਼ੀਜ਼ਸ ਨੰਬਰ 1 ਦੇ ਉੱਤੇ ਹੈਗੀਆਂ ਆ, ਜਿਹੜੀਆਂ ਕਿ 24.8% ਡੈਥਸ ਜਿਹੜੀਆਂ, ਮਤਲਬ ਚੌਥਾ ਹਿੱਸਾ ਜਿਹੜੀਆਂ ਡੈਥ ਦਾ ਹੈਗਾ ਆ ਉਹ ਹਾਰਟ ਦੇ ਰਿਲੇਟਡ ਡਿਜ਼ੀਜ਼ਸ ਦੇ ਨਾਲ ਹੀ ਹੋ ਜਾਂਦਾ ਹੈਗਾ ਆ। ਰੈਸਪੀਰੇਟਰੀ ਡਿਜ਼ੀਜ਼ਸ ਜਿਹੜੀਆਂ ਆ ਉਹ ਵੀ ਕਾਫੀ 10.2% ਹੈਗੀਆਂ ਆ, ਟੂਬਰਕਲੋਸਿਸ ਵੀ 10.1% ਇੰਡੀਆ ਦੇ ਵਿੱਚ ਹੈਗਾ ਆ। ਫਿਰ ਮੈਲੀਗਨੈਂਟ ਐਂਡ ਅਦਰ ਟਿਊਮਰਸ ਜਿਹੜੇ ਹੈਗੇ ਆ 9.4% ਹੈਗੇ ਆ। ਡਿਫਾਈਨਡ ਕੰਡੀਸ਼ਨਸ ਜਿਨ੍ਹਾਂ ਨੂੰ ਜਿਨ੍ਹਾਂ ਦਾ ਕਾਰਨ ਨਹੀਂ ਪਤਾ ਹੈ ਉਹ ਵੀ 5.3% ਹੈਗੇ ਆ। ਫਿਰ ਡਾਈਜੈਸਟਿਵ ਡਿਜ਼ੀਜ਼ਸ ਜਿਹੜੀਆਂ ਪਾਚਨ ਸ਼ਕਤੀ ਦੀਆਂ ਸਾਡੀਆਂ ਡਿਜ਼ੀਜ਼ਸ ਹੈਗੀਆਂ ਉਹਨਾਂ ਦਾ ਵੀ 5.1% ਡੈਥ ਰੇਟ ਹੈਗਾ ਆ। ਫਿਰ ਡਾਇਰੀਅਲ ਡਿਜ਼ੀਜ਼ਸ ਹੈਗੀਆਂ ਜਿਹੜੀਆਂ ਕਿ ਟੱਟੀਆਂ ਵਗੈਰਾ ਲੱਗਣ ਦੇ ਨਾਲ ਕਰਕੇ ਬੱਚਿਆਂ 'ਚ ਖਾਸ ਕਰਕੇ ਹੁੰਦੀਆਂ 5% ਹੈਗੀਆਂ। ਫਿਰ ਅਨਇੰਟੈਂਸ਼ਨਲ ਇੰਜਰੀਜ਼ ਜਿਹੜੀਆਂ ਐਕਸੀਡੈਂਟਲ ਇੰਜਰੀਜ਼ ਹੈਗੀਆਂ ਆ 4.6% ਹੈਗੀਆਂ। ਫਿਰ ਜਿਹੜੀਆਂ ਇੰਟੈਂਸ਼ਨਲ ਇੰਜਰੀਜ਼ ਹੈਗੀਆਂ ਜਿੱਦਾਂ ਸੁਸਾਈਡ ਕਰ ਲੈਂਦੇ ਆ 3%। ਸਾਰੇ ਇੰਡੀਆ ਦੇ ਵਿੱਚ 3% ਲੋਕ ਜਿਹੜੀਆਂ ਡੈਥਸ ਹੁੰਦੀਆਂ ਉਹ ਸੁਸਾਈਡ ਕਰਕੇ ਹੋ ਜਾਂਦੀਆਂ ਹੈਗੀਆਂ। ਫਿਰ ਮਲੇਰੀਆ ਜਿਹੜਾ ਹੈਗਾ 2.8% ਜਿਹੜਾ ਹੈਗਾ ਉਹਦੀ ਡੈਥਸ ਹੋ ਜਾਂਦੀ ਆ ਮਲੇਰੀਆ ਕਰਕੇ। ਸੋ ਇਹ ਸਾਰੀਆਂ ਜਿਹੜੀਆਂ ਡੈਡਲੀ ਡਿਜ਼ੀਜ਼ਸ ਹੈਗੀਆਂ ਆ ਉਹਨਾਂ ਦਾ ਨੋਟ ਕਰਨਾ ਚਾਹੀਦਾ ਸਾਨੂੰ ਕਿ ਕਿੰਨੀਆਂ ਇੰਪੋਰਟੈਂਟ ਹੈਗੀਆਂ ਤੇ ਕਿਹੜੀ ਡਿਜ਼ੀਜ਼ ਹੈ ਜਿਹੜੀ ਹਾਈ ਆ ਇਨ ਇੰਡੀਆ। ਜਿੱਦਾਂ ਮੈਂ ਦੱਸਿਆ ਕਿ ਕਾਰਡੀਓਵੈਸਕੂਲਰ ਡਿਜ਼ੀਜ਼ ਜਿਹੜੀ ਹਾਰਟ ਦੀ ਪ੍ਰੋਬਲਮ ਹੈਗੀ ਆ ਹਰ ਚੌਥੇ ਬੰਦੇ ਨੂੰ ਜਿਹੜੀ ਆ ਉਹ ਕਾਰਡੀਓਵੈਸਕੂਲਰ ਡਿਜ਼ੀਜ਼ ਦੇ ਨਾਲ ਡੈਥ ਹੁੰਦੀ ਹੈਗੀ ਆ। ਕਿਹੜੀਆਂ ਕਿਹੜੀਆਂ ਡਿਜ਼ੀਜ਼ਸ ਆ ਜਿਨ੍ਹਾਂ ਦੀ ਕਿਉਰ ਨਹੀਂ ਹੈ, ਜਿਨ੍ਹਾਂ ਦਾ ਇਲਾਜ ਨਹੀਂ ਹੈ? ਜਿੱਦਾਂ ਕਿ ਡਿਮੈਂਸ਼ੀਆ ਹੈਗਾ ਆ, ਅਲਜ਼ਾਈਮਰ ਡਿਜ਼ੀਜ਼ ਹੈਗੀ ਆ, ਜਿਨ੍ਹਾਂ ਦੇ ਐਡਵਾਂਸਡ ਲੰਗ, ਹਾਰਟ, ਕਿਡਨੀ ਤੇ ਲਿਵਰ ਡਿਜ਼ੀਜ਼ ਬਹੁਤ ਲੇਟ ਸਟੇਜਸ ਦੇ ਵਿੱਚ ਹੋ ਜਾਂਦੀ ਹੈ, ਉਹਦਾ ਫਿਰ ਕੋਈ ਹੱਲ ਨਹੀਂ ਹੁੰਦਾ। ਸਟ੍ਰੋਕ ਤੇ ਅਦਰ ਨਿਊਰੋਲੋਜੀਕਲ ਡਿਜ਼ੀਜ਼ਸ ਹੈਗੀਆਂ ਜਿਨ੍ਹਾਂ ਨੂੰ ਅਧਰੰਗ ਹੋ ਜਾਂਦਾ ਹੈਗਾ। ਫਿਰ ਇਨਕਲੂਡਿੰਗ ਮੋਟਰ ਨਿਊਰਨ ਡਿਜ਼ੀਜ਼ ਤੇ ਮਲਟੀਪਲ ਸਕਲੇਰੋਸਿਸ, ਇਹ ਵੀ ਬ੍ਰੇਨ ਦੀਆਂ ਬਿਮਾਰੀਆਂ ਹੈਗੀਆਂ, ਨਰਵਸ ਦੀਆਂ ਬਿਮਾਰੀਆਂ ਹੈਗੀਆਂ। ਫਿਰ ਹਟਿੰਗਟਨਸ ਡਿਜ਼ੀਜ਼ ਹੈ ਜਿਹਦੇ ਵਿੱਚ ਹਿੱਲਣਾ ਹੋ ਜਾਂਦਾ, ਮਰੀਜ਼ ਜਿਹੜਾ ਹਿੱਲਣ ਲੱਗ ਪੈਂਦਾ ਹੈ, ਕੋਰੀਆ ਟਾਈਪ ਹੈ। ਟੌਪ 10 ਇਨਕਿਉਰੇਬਲ ਡਿਜ਼ੀਜ਼ਸ ਕਿਹੜੀਆਂ? ਜਿੱਦਾਂ ਐਸਥਮਾ ਹੈ, ਏਡਸ ਹੈ, ਡਾਇਬਟੀਜ਼ ਮਲਾਈਟਸ ਵੀ ਨੂੰ ਵੀ ਇਨਕਿਉਰੇਬਲ ਦੇ ਵਿੱਚ ਪਾਇਆ ਆ। ਪਰ ਜਦੋਂ ਤੁਸੀਂ ਮਤਲਬ ਨॉन ਫਾਰਮਾਕੋਲੋਜੀਕਲ ਲਾਈਫਸਟਾਈਲ ਚੇਂਜ ਕਰਦੇ ਹੋ ਤਾਂ ਤੁਸੀਂ ਇਹਨੂੰ ਕਿਉਰ ਕਰ ਸਕਦੇ ਹੈਗੇ ਆ। ਕ੍ਰਿਊਟਸ ਫੈਡ ਜੈਕੋਬ ਡਿਜ਼ੀਜ਼ ਹੈ, ਇੱਕ ਇਨਫਲੂਐਂਜ਼ਾ ਹੈ, ਐਲੀ ਹੈ, ਲਿਪਸ ਐਰੀਥੋਮੇਟੋਸਿਸ, ਪੋਲੀਓ ਹੈ ਤੇ ਇਬੋਲਾ ਹੈ। ਇਹ ਸਾਰੀਆਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਇਨਕਿਉਰੇਬਲ ਡਿਜ਼ੀਜ਼ ਦੇ ਸ਼੍ਰੇਣੀ ਦੇ ਵਿੱਚ ਪਾਇਆ ਗਿਆ ਹੈਗਾ ਆ। ਤੇ 9 ਕਲੀਨਿਕਲ ਪ੍ਰੂਵਨ ਨੈਚੁਰਲ ਰੈਮੇਡੀਜ਼ ਫॉर ਕਾਮਨ ਏਲਮੈਂਟਸ ਕਿਹੜੀਆਂ ਹੈਗੀਆਂ? ਜਿੱਦਾਂ ਆਰਥਰਾਈਟਿਸ ਜੋੜਾਂ ਦਾ ਦਰਦ ਹੈ ਉਹਨੂੰ ਗ੍ਰੀਨ ਟੀ ਦੇ ਨਾਲ ਠੀਕ ਕੀਤਾ ਜਾਂਦਾ ਹੈ। ਇਚੀ ਸਕਿਨ ਹੈ ਜਾਂ ਬਗ ਬਾਈਟਸ ਹੈ, ਕੋਈ ਇਨਸੈਕਟ ਬਾਈਟਸ ਹੈਗੀ ਆ, ਉਹਨੂੰ ਓਟ ਮੀਲ ਦੇ ਨਾਲ ਟ੍ਰੀਟ ਕੀਤਾ ਜਾਂਦਾ ਹੈ।
ਕੋਲਡ ਤੇ ਕੰਜੈਸ਼ਨ ਹੈ ਨੱਕ ਦੇ ਵਿੱਚ, ਚਿਕਨ ਸੂਪ ਜੇ ਆ ਉਹ ਉਹਦੇ ਨਾਲ ਠੀਕ ਕੀਤਾ ਜਾਂਦਾ। ਜੇ ਵੂੰਡ ਹੀਲ ਨਹੀਂ ਹੁੰਦਾ, ਉਹਨੂੰ ਹਨੀ ਦੇ ਨਾਲ, ਹਨੀ ਦੀ ਲੇਪ ਕਰਕੇ, ਜਿਹਨਾਂ ਨੂੰ ਹਿਕਅਪਸ ਹਿਚਕੀ ਆਉਂਦੀ ਆ, ਉਹ ਸ਼ੂਗਰ ਦੇ ਨਾਲ ਚਮਚ ਇੱਕ ਸ਼ੂਗਰ ਦਾ ਲੈ ਲਓ, ਹਿਚਕੀ ਦੂਰ ਹੋ ਜਾਂਦੀ ਆ। ਜਿਹੜੇ ਕੰਸਟੀਪੇਸ਼ਨ ਆ, ਉਹ ਫਲੈਕਸ ਸੀਡ ਜਿਹੜੇ ਹੈਗੇ ਆ ਉਹਨਾਂ ਨੂੰ ਚਬਾ ਕੇ ਖਾਓ ਤਾਂ ਉਹ ਵੀ ਠੀਕ ਹੋ ਜਾਂਦਾ ਹੈ। ਐਂਟੀਓਮੈਟਿਕ ਜਿਹਨਾਂ ਨੂੰ ਉਲਟੀਆਂ ਆਉਂਦੀਆਂ ਹੈ, ਉਹ ਗਿੰਗਰ ਜਿਹੜਾ ਅਦਰਕ ਹੈ, ਅਦਰਕ ਦਾ ਪਾਣੀ ਉਹ ਪੀਵਣ ਤੇ ਉਹ ਵੀ ਠੀਕ ਹੋ ਜਾਂਦੇ। ਨੌਸ਼ੀਆ ਐਂਡ ਡਾਈਜੈਸਟਿਵ ਇਸ਼ੂਜ਼ ਜਿਹੜੇ ਆ, ਪੈਪਰਮੈਂਟ ਹੈਗਾ ਆ ਉਹ ਲੈ ਲਓ ਤੇ ਉਹਦੇ ਨਾਲ ਠੀਕ ਹੋ ਜਾਂਦੇ ਆ। ਜਿਨ੍ਹਾਂ ਨੂੰ ਹੈਡੇਕ ਬਹੁਤ ਹੁੰਦਾ ਉਹ ਕੌਫੀ ਲੈ ਲਓ, ਕੌਫੀ ਦੇ ਨਾਲ ਹੀ ਹੈਡੇਕ ਠੀਕ ਹੋ ਜਾਂਦਾ ਹੈਗਾ ਆ। ਇਹ ਕੁਛ ਇੱਕ ਜਿਹੜੀਆਂ ਏਲੀਮੈਂਟਸ ਸੀਗੀਆਂ, ਇਹ ਨੈਚੁਰਲ ਰੈਮੇਡੀਜ਼ ਦੇ ਨਾਲ ਠੀਕ ਹੁੰਦੀਆਂ ਹੈਗੀਆਂ। ਬੈਸਟ ਨੈਚੁਰਲ ਰੈਮੇਡੀਜ਼ ਕਿਹੜੀਆਂ ਹੈਗੀਆਂ ਆ? ਟਰਮੈਰਿਕ ਹੈ, ਜਿਹੜੀ ਹਲਦੀ ਹੈ, ਜਿੰਨੀਆਂ ਵੀ ਤੁਹਾਡੇ ਬੋਡੀ ਦੇ ਵਿੱਚ ਪੇਨ ਔਰ ਇਨਫਲੇਮੇਸ਼ਨ ਹੈਗੀ ਆ, ਦਰਦਾਂ ਹੈਗੀਆਂ ਆ, ਉਹ ਟਰਮੈਰਿਕ ਦਾ 1 ਚਮਚ ਸਵੇਰ ਤੇ 1 ਸ਼ਾਮੀ ਲੈਣ ਦੇ ਨਾਲ ਤੁਹਾਡਾ ਠੀਕ ਹੋ ਜਾਂਦਾ। ਫਿਰ ਚਿੱਲੀ ਪੈਪਰਸ ਹੈਗੇ ਆ, ਉਹ ਵੀ ਪੇਨ ਤੇ ਸੋਰਨੈਸ ਹੈਗੀ ਜੇ ਜਿੱਥੇ ਕਿਤੇ, ਉਹਦੇ ਨਾਲ ਮਿਰਚਾਂ ਜਿਹਨੂੰ ਅਸੀਂ ਕਹਿੰਦੇ ਆ ਉਹ ਉਹਦੇ ਨਾਲ ਠੀਕ ਹੋ ਜਾਂਦਾ। ਗਿੰਗਰ ਜਿਹੜਾ ਹੈਗਾ ਆ ਉਹ ਵੀ ਪੇਨ ਤੇ ਨੌਸ਼ੀਆ ਜਿਹੜਾ ਹੈਗਾ ਉਹਦੇ ਨਾਲ ਉਹ ਠੀਕ ਹੋ ਜਾਂਦਾ ਹੈ। ਸ਼ਟਾਈਕੀ ਮਸ਼ਰੂਮ ਹੈਗਾ ਆ ਲੌਂਗ ਗੇਮ ਦੇ ਲਈ। ਲਵੈਂਡਰ ਜਿਹੜਾ ਹੈਗਾ ਮੀਗ੍ਰੇਨ ਤੇ ਐਂਜ਼ਾਈਟੀ ਲਈ ਹੈਗਾ। ਮਿੰਟ ਜਿਹੜਾ ਹੈਗਾ ਪੁਦੀਨਾ ਮਸਲ ਪੇਨ ਤੇ ਡਾਈਜੈਸ਼ਨ ਦੇ ਲਈ ਹੈਗਾ। ਫੈਨੂਗਰੀਕ ਜਿਹਨੂੰ ਮੇਥੀ ਹੈਗੀ ਆ ਬ੍ਰੈਸਟ ਫੀਡਿੰਗ ਦੇ ਲਈ ਹੈਗੀ ਆ। ਮੈਗਨੀਸ਼ੀਅਮ ਰਿਚ ਫੂਡਸ ਜਿੰਨੇ ਹੈ ਉਹ ਫॉर ਐਵਰੀਥਿੰਗ ਹੈਗੇ ਆ। ਮੈਗਨੀਸ਼ੀਅਮ ਰਿਚ ਫੂਡ ਜਿਹੜੇ ਆ ਉਹ ਹਰੀਆਂ ਸਬਜ਼ੀਆਂ ਦੇ ਵਿੱਚੋਂ ਤੁਹਾਨੂੰ ਨਟਸ ਤੇ ਸੀਡਸ ਦੇ ਵਿੱਚੋਂ ਮੈਗਨੀਸ਼ੀਅਮ ਜ਼ਿਆਦਾ ਮਿਲਦਾ ਹੈ, ਉਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਆ। ਤੇ ਐਗਜ਼ਾਮਪਲ ਆਫ ਨੈਚੁਰਲ ਰੈਮੇਡੀਜ਼ ਕਿਹੜੀਆਂ ਹੈਗੀਆਂ ਜਿਹੜੀਆਂ ਕਿ ਮੈਡੀਸਨਲ ਹਰਬਸ ਹੈਗੇ ਆ? ਕੈਮੋਮਿਲੀ ਫਲਾਵਰ ਹੈਗਾ ਜਿਹੜਾ ਅਮਰੀਕਾ ਦੇ ਵਿੱਚ ਜ਼ਿਆਦਾ ਹੁੰਦਾ ਹੈਗਾ ਆ, ਐਂਜ਼ਾਈਟੀ ਤੇ ਰਿਲੈਕਸੇਸ਼ਨ ਲਈ ਵਰਤਦੇ ਹੈਗੇ ਆ। ਐਕਨੇਸ਼ੀਆ ਜਿਹੜਾ ਹੈ ਉਹਦੀ ਲੀਫ, ਸਟਾਕ ਤੇ ਰੂਟ, ਉਹ ਪੱਤੇ ਵੀ, ਉਹਦੀ ਸਟਾਕ ਵੀ ਤੇ ਉਹਦੀ ਜੜ ਵੀ ਅਸੀਂ ਇਸਤੇਮਾਲ ਕਰ ਸਕਦੇ ਹੈਗੇ ਆ। ਫਿਰ ਇੱਕ ਫੀਵਰ ਫਿਊ ਪਲਾਂਟ ਹੈਗੇ, ਉਹਦੇ ਪੱਤੇ ਜਿਹੜੇ ਹੈਗੇ ਆ। ਗਾਰਲਿਕ ਜਿਹੜਾ ਸਾਡਾ ਲਸਣ ਹੈਗਾ, ਉਹਦੀਆਂ ਕਲਵਸ ਜਿਹੜੀਆਂ ਆ ਤੇ ਰੂਟਸ ਹੈ ਅਸੀਂ ਯੂਜ਼ ਕਰ ਸਕਦੇ ਆ। ਗਿੰਗਰ ਦੀਆਂ ਰੂਟਸ ਜਿਹੜੀਆਂ ਹੈਗੀਆਂ ਆ ਅਦਰਕ ਦੀਆਂ, ਉਹ ਅਸੀਂ ਇਸਤੇਮਾਲ ਕਰਦੇ ਹਾਂ। ਗਿੰਕੋ ਲੀਫ ਜਿਹੜੇ ਹੈਗੇ ਆ ਉਹ ਇਸਤੇਮਾਲ ਕਰਦੇ ਆ। ਜਿਨਸਿੰਗ ਜਿਹੜਾ ਹੈ ਉਹਦੀ ਰੂਟ ਕਰਦੇ ਹੈਗੇ ਆ। ਗੋਲਡਨ ਸੀਲ ਜਿਹੜੀ ਹੈਗੀ ਆ ਜਿੱਦਾਂ ਮੋਰਿੰਗਾ ਵਗੈਰਾ ਹੈ, ਉਹਦੀ ਰੂਟ ਤੇ ਰਾਈਜ਼ੋਮ, ਇਹ ਇਸਤੇਮਾਲ ਕਰਕੇ ਅਸੀਂ ਨੈਚੁਰਲ ਰੈਮੇਡੀਜ਼ ਜਿਹੜੀਆਂ ਆ ਉਹ ਲੈ ਸਕਦੇ ਹੈਗੇ ਆ। 7 ਹੋਲੀ ਹਰਬਸ ਕਿਹੜੇ ਕਿਹੜੇ ਹੈਗੇ ਆ? ਕਲੋਵਰ ਹੈਗੇ ਆ, ਤੇ ਤਿਪਤੀਆ ਘਾਸ ਇਹਨੂੰ ਕਹਿੰਦੇ ਆ, ਇੱਥੇ ਨਹੀਂ ਮਿਲਦਾ। ਹੈਨਬੇਨ ਹੈ, ਇਹ ਵੀ ਬਾਹਰ ਮਿਲਦਾ। ਮਿਸਲਟੋ ਹੈ, ਅਮਰਬੇਲ ਹੈ ਇਹਨੂੰ ਕਹਿੰਦੇ ਆ। ਮੌਂਕਸ ਹੁੱਡ ਹੈ, ਵਤਸਨਾਬ ਕਹਿੰਦੇ ਆ। ਪਾਸਕ ਫਲਾਵਰ ਹੈ, ਇਹ ਵੀ ਬਾਹਰ ਮਿਲਦਾ ਹੈ। ਪ੍ਰਿਮਰੋਜ਼ ਹੈਗਾ ਆ, ਪੀਤ ਸੇਵਤੀ ਆ ਇਹਦਾ ਨਾਂ, ਜੰਗਲੀ ਫੁੱਲ ਕਹਿੰਦੇ ਆ। ਵਰਵੇਨ ਹੈ, ਇਹ ਵੀ ਬਾਹਰ ਮਿਲਦਾ ਹੈ। ਇਹ ਜਿਹੜੇ ਹਰਬਲ ਪਲਾਂਟਸ ਹੈਗੇ ਆ, ਇਹ ਸਾਨੂੰ ਕਾਫੀ ਮਾਤਰਾ ਦੇ ਵਿੱਚ ਸਾਡੀ ਜਿਹੜੀ ਬੋਡੀ ਹੈਗੀ ਆ ਉਹਨੂੰ ਹੈਲਪ ਕਰਦੇ ਹੈਗੇ ਆ। ਮੈਡੀਸਨ ਦੇ ਨਾਲ ਕਿਹੜੇ ਕਿਹੜੇ ਜਿਹੜੇ ਸਾਡੇ ਇੰਡੀਆ ਦੇ ਵਿੱਚ ਖਾਸ ਕਰਕੇ ਯੂਜ਼ ਕਰਦੇ ਆ ਅਸੀਂ, ਉਹ ਐਲੋ ਹੈ, ਐਲੋਵੇਰਾ ਜਿਹਨੂੰ ਅਸੀਂ ਐਲੋਵੇਰਾ ਕਹਿੰਦੇ ਹੈਗੇ ਆ। ਫਿਰ ਤੁਲਸੀ ਹੈ, ਨਿੰਮ ਹੈ, ਟਰਮੈਰਿਕ ਹਲਦੀ ਹੈ, ਗਿੰਗਰ ਅਦਰਕ ਹੈ। ਇਹ ਬਹੁਤ ਸਾਰੀਆਂ ਐਲੀਮੈਂਟਸ ਨੂੰ ਘਰ ਦੇ ਵਿੱਚ ਹੀ ਸਾਨੂੰ ਮਤਲਬ ਆਰਾਮ ਦਿੰਦੀਆਂ ਹੈਗੀਆਂ ਆ। ਤੇ ਕੰਜ਼ਿਊਮਰਸ ਨੂੰ ਬੇਸਲ ਜਿਹੜੀ ਤੁਲਸੀ ਹੈਗੀ ਆ ਉਹਦੀਆਂ, ਬਲੈਕ ਪੇਪਰ ਹੈਗਾ, ਇਹ ਜਿਹੜੀ ਆ ਇਹ ਘਰ ਦੇ ਵਿੱਚ ਤੁਸੀਂ ਆਪਣੇ ਡੇਲੀ ਖੁਰਾਕ ਦੇ ਵਿੱਚ ਵੀ ਲੈ ਸਕਦੇ ਆ ਤੇ ਤੁਸੀਂ ਇਹਨੂੰ ਐਜ਼ ਏ ਮੈਡੀਸਨ ਵੀ ਯੂਜ਼ ਕਰ ਸਕਦੇ ਹੈਗੇ ਆ। ਹੀਲਿੰਗ ਪ੍ਰੋਪਰਟੀਜ਼ ਕਿਹੜੀਆਂ ਕਿਹੜੀਆਂ ਹੈਗੀਆਂ? ਜਿੱਦਾਂ ਐਲੋਵੇਰਾ ਦਾ ਮੈਂ ਦੱਸਿਆ ਹੈਗਾ, ਇੰਗਲਿਸ਼ ਮੇਰੀਗੋਲਡ ਦਾ, ਗਿੰਗਰ ਦਾ, ਅਸ਼ਵਗੰਧਾ, ਗੋਟੂਕੋਲਾ ਹੈ, ਸਪਾਈਡਰ ਪਲਾਂਟ ਹੈ, ਸਨੇਕ ਪਲਾਂਟ ਹੈ, ਫਿਡਲ ਲੀਫ ਫਿਗ ਹੈ, ਪੋਨੀਟੇਲ ਪਾਮ ਐਂਡ ਬੋਸਟਨ ਫਰਨ ਹੈ, ਪੈਸ਼ਨ ਫਲਾਵਰ ਹੈ, ਕਾਵਾ ਹੈ। ਇਹ ਸਾਰੇ ਪਲਾਂਟਸ ਜਿਹੜੇ ਹੈਗੇ ਆ ਇਹ ਤੁਸੀਂ ਇਸਤੇਮਾਲ ਕਰ ਸਕਦੇ ਆ ਤੇ ਇਹਨਾਂ ਨੂੰ ਤੁਸੀਂ ਬੜੇ ਚੰਗੇ ਤਰੀਕੇ ਦੇ ਨਾਲ ਯੂਜ਼ ਕਰਕੇ ਆਪਣੀਆਂ ਕਈ ਤਰ੍ਹਾਂ ਦੀਆਂ ਹੀਲਿੰਗ ਜਿਹੜੀ ਬਿਮਾਰੀਆਂ ਦੀ ਕਰ ਸਕਦੇ ਆ। ਥੈਂਕ ਯੂ। ਜੀ ਡਾਕਟਰ ਸਾਹਿਬ, ਥੈਂਕ ਯੂ ਵੈਰੀ ਮਚ। ਤੇ ਜਿਵੇਂ ਕਿ ਇੱਕ ਡਾਕਟਰ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਬਹੁਤ ਵਧੀਆ ਸਲਾਹ ਦਿੱਤੀ ਹੈਗੀ ਆ, ਕਿਹੜੀਆਂ ਚੀਜ਼ਾਂ, ਕਿਹੜੇ ਕਿਹੜੇ ਏਲਮੈਂਟਸ ਆ, ਛੋਟੀਆਂ ਛੋਟੀਆਂ ਬਿਮਾਰੀਆਂ ਤੇ ਉਹਨਾਂ ਤੋਂ ਕਿਵੇਂ ਬਚਣਾ ਹੈ ਤਾਂ ਕਿ ਉਹ ਡੇਂਜਰ ਰੂਪ ਨਾ ਲੈ ਲੈਣ। ਤੇ ਡਾਕਟਰ ਸਾਹਿਬ ਜਿਵੇਂ
ਗੱਲ ਕਰੀਏ ਵੀ ਇਹਨਾਂ ਦੇ ਜਿਹੜੇ ਸਿੰਪਟਮਸ ਆ ਜਾਂ ਇਹਨਾਂ ਦੇ ਕੋਈ ਸਾਨੂੰ ਥੋੜੇ ਸਾਈਨ ਮਿਲਨੇ ਸ਼ੁਰੂ ਹੁੰਦੇ ਆ ਤੇ ਉਸੇ ਟਾਈਮ ਸਾਨੂੰ ਅਸੀਂ ਅਗਰ ਇਸ ਚੀਜ਼ ਨੂੰ ਮਤਲਬ ਆਪਣੇ ਨਾਲ ਮਤਲਬ ਪਹਿਚਾਨ ਕੇ ਉਸੇ ਟਾਈਮ ਹੀ ਆਪਾਂ ਇਹਨੂੰ ਕਿਉਰ ਕਰਨ ਕਿਉਂ ਜ਼ਰੂਰੀ ਆ ਇਹ ਕਿਉਰ ਕਰਨਾ ਉਸੇ ਟਾਈਮ ਛੋਟੇ ਜਿਹੜੇ ਸਿਆਣੇ ਕਹਿੰਦੇ ਆ ਨਿਪ ਦਾ ਈਵਲ ਇਨ ਦਾ ਬਡ। ਜਦੋਂ ਤੁਸੀਂ ਕੋਈ ਵੀ ਸਿੰਪਟਮ ਸ਼ੁਰੂ ਹੁੰਦਾ ਆ, ਜਦੋਂ ਤੁਸੀਂ ਉਸ ਨੂੰ ਉਸ ਵੇਲੇ ਹੀ ਪਕੜ ਲਓਗੇ ਤਾਂ ਉਹ ਤੁਹਾਨੂੰ ਆਸਾਨੀ ਨਾਲ ਪਕੜ ਚ ਆ ਸਕਦਾ ਹੈਗਾ ਆ। ਜਦੋਂ ਕੋਈ ਵੀ ਬਿਮਾਰੀ ਤੁਹਾਡੇ ਸਰੀਰ ਦੇ ਵਿੱਚ ਘਰ ਕਰ ਜਾਂਦੀ ਹੈਗੀ ਆ, ਜ਼ਿਆਦਾ ਦੇਰ ਰਹਿ ਜਾਂਦੀ ਹੈਗੀ ਆ, ਤੇ ਉਹਦੇ ਲਈ ਉਹ ਤੁਹਾਡੇ ਨੁਕਸਾਨ ਕਈ ਕੁਝ ਕਰ ਦਿੰਦੀ ਹੈਗੀ ਆ। ਜਿੰਨੀ ਦੇਰ ਤੁਹਾਡੀ ਬਿਮਾਰੀ ਜਿਹੜੀ ਹੈਗੀ ਆ ਤੁਹਾਡੇ ਅੰਦਰ ਰਹੇਗੀ, ਉਨੀ ਦੇਰ ਤੁਹਾਡਾ ਜਿਹੜਾ ਨੁਕਸਾਨ ਹੈ ਉਹ ਕਰਨਾ ਸ਼ੁਰੂ ਕਰ ਦਿੰਦੀ। ਜਦੋਂ ਵੀ ਬਿਮਾਰੀ, ਕੋਈ ਵੀ ਬਿਮਾਰੀ ਆ, ਜਦੋਂ ਤੁਹਾਡੇ ਸਰੀਰ ਦੇ ਵਿੱਚ ਐਂਟਰ ਕਰ ਜਾਂਦੀ ਆ ਤੇ ਸਾਡੇ ਸਰੀਰ ਦੇ ਵਿੱਚ ਉਸ ਬਿਮਾਰੀ ਨਾਲ ਲੜਨ ਦੇ ਲਈ ਸਾਡੀ ਬਾਡੀ ਤਿਆਰ ਹੋ ਜਾਂਦੀ ਆ। ਇਹਦਾ ਮਤਲਬ ਕੀ ਹੈਗਾ ਆ ਕਿ ਇਹਦਾ ਮਤਲਬ ਇਹ ਹੈ ਕਿ ਸਾਡੀ ਬਾਡੀ ਤੇ ਉਹ ਜਿਹੜੀ ਬਿਮਾਰੀ ਹੈ ਉਹਦੇ ਵਿੱਚ ਲੜਾਈ ਹੁੰਦੀ ਹੈਗੀ ਆ, ਔਰ ਉਸ ਲੜਾਈ ਦੇ ਵਿੱਚ ਬਹੁਤ ਸਾਰਾ ਨੁਕਸਾਨ ਸਾਡਾ ਹੁੰਦਾ ਹੈ। ਤੇ ਸਾਡੀ ਬਾਡੀ ਦੇ ਜਿਹੜੇ ਸਾਡੇ ਤੰਤਰ ਹੈਗੇ ਆ, ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਕਿ ਸਾਡੀ ਬਾਡੀ ਦੇ ਵਿੱਚ ਜਿੱਦਾਂ ਸਾਡੀ ਬਾਰਡਰਾਂ ਦੇ ਉੱਤੇ ਫੋਰਸ ਹੈ, ਆਰਮੀ ਹੈ, BSF ਹੈ, PAP ਹੈਗੀ ਆ, ਹੋਰ ਪੁਲਿਸ ਹੈ, ਇਹ ਸਾਰੇ ਸਿਸਟਮ ਜਿਹੜੇ ਹੈਗੇ ਆ ਇਹ ਫਿਰ ਐਕਟਿਵ ਹੋ ਜਾਂਦੇ ਆ। ਤੇ ਇਹ ਫਿਰ ਉਸ ਜਿਹੜਾ ਸਾਡੇ ਤੇ ਹੱਲਾ ਕਰਨ ਵਾਲਾ ਕੋਈ ਵੀ ਜਰਮ ਹੈਗਾ ਆ, ਜਾਂ ਕੋਈ ਵੀ ਬਾਹਰਲੀ ਪੋਇਜ਼ਨ ਹੈਗੀ ਆ, ਜਾਂ ਬਾਹਰਲੀ ਕੋਈ ਵੀ ਟੌਕਸਿਕ ਸਬਸਟੈਂਸ ਹੈਗਾ ਜਿਹੜਾ ਸਾਡੀ ਬਾਡੀ ਦੇ ਉੱਤੇ ਹੱਲਾ ਬੋਲਿਆ ਹੈ, ਉਹਨੂੰ ਨਸ਼ਟ ਕਰਨ ਦੇ ਲਈ ਸਾਰਾ ਕੁਝ ਜੁੜ ਜਾਂਦਾ ਹੈ। ਤੇ ਲੜਾਈ ਜਿਹੜੀ ਹੈ ਇਹ ਦੇਖਣ ਵਿੱਚ ਆਉਣਾ ਕਿ ਇਹ ਸਾਡੇ ਸਰੀਰ ਦੇ ਵਿੱਚ ਹੁੰਦੀ ਹੈ। ਜਦੋਂ ਵੀ ਲੜਾਈ ਕਿਤੇ ਵੀ ਹੋਏਗੀ ਤਾਂ ਡਿਸਟਰੈਕਸ਼ਨ ਤਾਂ ਹੋਏਗੀ। ਜਿੰਨੀ ਦੇਰ ਮਤਲਬ ਜਿੰਨੀ ਦੇਰ ਲੜਾਈ ਰਹੇਗੀ ਉਨੀ ਦੇਰ ਸਾਡੀ ਡਿਸਟਰੈਕਸ਼ਨ ਜਿਹੜੀ ਆ ਉਨੀ ਜ਼ਿਆਦਾ ਹੋਏਗੀ। ਜੇ ਅਸੀਂ ਪਹਿਲਾਂ ਲਈ ਲੜਾਈ ਸ਼ੁਰੂ ਹੋਣ ਤੇ ਹੀ ਅਸੀਂ ਉਹਨੂੰ ਕਾਬੂ ਕਰ ਲਿਆ ਤੇ ਉਹ ਅਸੀਂ ਉੱਤੇ ਕਾਬੂ ਪਾ ਸਕਦੇ ਆ, ਉਹਦੇ ਨਾਲ ਸਾਡੀ ਬਾਡੀ ਦੇ ਵਿੱਚ ਕੋਈ ਜ਼ਿਆਦਾ ਡਿਸਟਰੈਕਸ਼ਨ ਨਹੀਂ ਹੋਏਗੀ। ਇਹ ਸਮਝਣਾ ਬਹੁਤ ਜ਼ਰੂਰੀ ਹੈ ਜੀ ਡਾਕਟਰ ਸਾਹਿਬ, ਥੈਂਕ ਯੂ। ਤੇ ਡਾਕਟਰ ਸਾਹਿਬ ਆਪਾਂ ਕੁਝ ਮਤਲਬ ਕੁਐਸਚਨ ਆਨਸਰ ਇੱਕ ਛੋਟਾ ਜਿਹਾ ਸੈਸ਼ਨ ਕਰਦੇ ਆ ਤਾਂ ਕਿ ਬਾਕੀਆਂ ਲਈ ਵੀ ਕੋਈ ਕੁਐਸਚਨ ਜਿਹੜਾ ਮਨ ਚ ਹੈਗਾ ਆ ਉਹਨਾਂ ਲਈ ਵੀ ਹੈਲਪਫੁਲ ਹੋ ਜਾਊਗਾ। ਹਾਂਜੀ ਪਲੀਜ਼। ਤੇ ਡਾਕਟਰ ਸਾਹਿਬ ਜਿਵੇਂ ਕਿ ਹੁਣ ਆਪਾਂ ਛੋਟੀ ਏਲਮੈਂਟਸ ਬਾਰੇ ਗੱਲ ਕੀਤੀ ਆ, ਕਾਮਨ ਜਿਨ੍ਹਾਂ ਨੂੰ ਕਹਿ ਦਿੰਦੇ, ਤੁਸੀਂ ਆਲਮੋਸਟ ਸਭ ਕੁਝ ਕਲੀਅਰ ਕਰ ਹੀ ਦਿੱਤਾ ਆ ਕਿ ਕੀ ਸਿੰਪਟਮਸ ਆ ਜਾਂ ਕੀ ਕਰਨਾ ਚਾਹੀਦਾ। ਲੇਕਿਨ ਅਗਰ ਇਹਨਾਂ ਤੋਂ ਮੈਂ ਥੋੜਾ ਜਿਹਾ ਮਤਲਬ ਹਟ ਕੇ ਵੀ ਨਹੀਂ ਹੈਗਾ, ਮੈਡੀਸਨ ਦੀ ਜੇ ਗੱਲ ਕਰੀਏ, ਇਹ ਸਾਡਾ ਇੱਕ ਰੈਗੂਲਰ ਹਿੱਸਾ ਬਣ ਗਿਆ ਹੈ ਜ਼ਿੰਦਗੀ ਦਾ। ਬਿਨਾ ਮੈਡੀਸਨ ਤੋਂ ਸਾਨੂੰ ਲੱਗਦਾ ਕਿ ਵੀ ਕਾਂਟ ਸਰਵਾਈਵ। ਤੇ ਜਿਵੇਂ ਕਿ ਹੁਣ ਇਹਨਾਂ ਤੋਂ ਬਚਣ ਦੇ ਛੋਟੇ ਕਾਮਨ ਜਿਹੜੇ ਇਨਫੈਕਸ਼ਨਸ ਹੈਗੇ ਆ, ਤੁਸੀਂ ਕਈ ਉਪਾਅ ਦੱਸੇ ਹੈਗੇ ਆ ਕਿ ਜਿਵੇਂ ਤੁਲਸੀ ਦਾ ਜਾਂ ਹਲਦੀ ਦਾ, ਬਹੁਤ ਕੁਝ। ਲੇਕਿਨ ਸਾਡੀ ਜਿਹੜੀ ਪ੍ਰਾਇੋਰਟੀ ਆ ਜਾਂਦੀ ਆ ਉਹ ਦਵਾਈਆਂ ਆ ਜਾਂਦੀਆਂ। ਮਾੜਾ ਜਿਹਾ ਫਲੂ ਹੋਇਆ ਅਸੀਂ ਕਹਿੰਦੇ ਨਹੀਂ ਅਸੀਂ ਮੈਡੀਸਨ ਪਹਿਲਾਂ ਲਈਏ, ਬਾਕੀ ਕੰਮ ਬਾਅਦ ਚੋਂ। ਤੇ ਇਹਦਾ ਕੀ ਹੱਲ ਆ? ਕਿ ਮੈਡੀਸਨ ਹੀ ਇੱਕ ਹੱਲ ਇਹਦਾ ਹੈਗਾ ਆ ਸਟਾਰਟਿੰਗ ਚ? ਨਹੀਂ, ਇਹ ਤੁਹਾਡਾ ਮਾਈਂਡ ਸੈਟ ਹੈਗਾ ਆ। ਤੁਸੀਂ ਉਹ ਚੀਜ਼ ਕਰੋਗੇ ਜਿਹਨੂੰ ਤੁਸੀਂ ਜਿਹਦੇ ਵਿੱਚ ਤੁਹਾਡਾ ਫੇਥ ਹੈਗਾ ਆ। ਜੇ ਤੁਹਾਡਾ ਫੇਥ ਇਹਨਾਂ ਹੋਮ ਰੈਮੇਡੀਜ਼ ਦੇ ਵਿੱਚ ਹੈਗਾ ਆ ਤਾਂ ਫਿਰ ਤੁਸੀਂ ਉਹ ਯੂਜ਼ ਕਰੋਗੇ। ਜੇ ਤੁਹਾਡਾ ਫੇਥ ਉਹਦੇ ਵਿੱਚ ਨਹੀਂ ਹੈ ਤੇ ਤੁਸੀਂ ਉਹਨੂੰ ਯੂਜ਼ ਨਹੀਂ ਕਰੋਗੇ। ਸਭ ਤੋਂ ਵੱਡੀ ਗੱਲ ਹੈਗੀ ਆ ਕਿ ਤੁਹਾਡਾ ਫੇਥ ਬਣਾਉਣਾ। ਜੇ ਤੁਹਾਡਾ ਫੇਥ ਹੋਮ ਰੈਮੇਡੀਜ਼ ਦੇ ਵਿੱਚ ਹੈਗਾ ਆ ਤੇ ਤੁਸੀਂ ਪਹਿਲਾਂ ਉਹ ਯੂਜ਼ ਕਰੋਗੇ, ਔਰ ਜਦੋਂ ਤੁਸੀਂ ਯੂਜ਼ ਕਰੋਗੇ ਉਹਨੂੰ ਬੜੇ ਫੇਥਫੁਲੀ ਯੂਜ਼ ਕਰੋਗੇ। ਕਈ ਵਾਰੀ ਇਸ ਤਰ੍ਹਾਂ ਹੁੰਦਾ ਆ ਕਿ ਤੁਹਾਡਾ ਫੇਥ ਵੀ ਹੈ ਕਿ ਤੁਸੀਂ ਹੋਮ ਰੈਮੇਡੀ ਕਰ ਲਈ ਆ, ਪਰ ਤੁਸੀਂ ਪੂਰੇ ਦਿਲ ਨਾਲ ਉਹਨੂੰ ਯੂਜ਼ ਨਹੀਂ ਕਰਦੇ। ਉਹਨੂੰ ਇਸ ਤਰ੍ਹਾਂ ਯੂਜ਼ ਕਰਦੇ ਆ ਕਿ ਅੱਜ ਲੈ ਲਈ ਆ, 2 ਦਿਨ ਬਾਅਦ ਫੇਰ ਛੱਡ ਦਿੱਤੀ ਆ, ਫੇਰ ਲੈ ਲਈ ਆ, ਛੱਡ ਦਿੱਤੀ ਆ। ਮਤਲਬ ਉਹਨੂੰ ਐਜ਼ ਏ ਮੈਡੀਸਨ ਨਹੀਂ ਯੂਜ਼ ਕਰਦੇ, ਉਹਨੂੰ ਤੁਸੀਂ ਐਜ਼ ਏ ਆਪਣੀ ਜਿੱਦਾਂ ਸ਼ੌਕ ਦੇ ਲਈ ਤੁਸੀਂ ਵਰਤਦੇ ਹੈਗੇ ਆ। ਅਗਰ ਤੁਸੀਂ ਕਿਸੇ ਵੀ ਹੋਮ ਰੈਮੇਡੀ ਨੂੰ ਐਜ਼ ਏ ਮੈਡੀਸਨ ਵਰਤੋ ਤੇ ਉਹਦੇ ਰਿਜ਼ਲਟਸ ਜਿਹੜੇ ਹੈਗੇ ਆ ਉਹ ਤੁਹਾਨੂੰ ਜ਼ਰੂਰ ਮਿਲਣਗੇ। ਪਰ ਜੇ ਤੁਸੀਂ ਉਸ ਚੀਜ਼ ਨੂੰ ਤੁਸੀਂ ਆਪਣੇ ਸ਼ੌਕ ਲਈ ਵਰਤਦੇ ਹੈਗੇ ਆ ਕਿ ਚਲੋ ਲੈ ਲਈ ਆ ਤਾਂ ਠੀਕ ਆ, ਜੇ ਭੁੱਲ ਗਏ ਤਾਂ ਕੋਈ ਗੱਲ ਨਹੀਂ, ਪਰ ਜਿਹੜੀ ਮੈਡੀਸਨ ਆ ਉਹਨੂੰ ਤੁਸੀਂ ਰੈਗੂਲਰਲੀ ਲੈਂਦੇ ਆ ਤੇ ਉਹਦੇ ਨਾਲ ਫਿਰ ਤੁਹਾਨੂੰ ਰਿਜ਼ਲਟਸ ਉਹਦੇ ਮਿਲਦੇ ਹੈਗੇ ਆ।
ਸੋ ਕੋਈ ਵੀ ਚੀਜ਼ ਹੈਗੀ ਆ ਉਹਦੇ ਤੇ ਫੇਥ ਕਰਨਾ ਬਹੁਤ ਜ਼ਰੂਰੀ ਹੈਗਾ। ਜੇ ਤੁਸੀਂ ਫੇਥ ਕਰੋਗੇ ਤਾਂ ਬਹੁਤ ਸਾਰੇ ਵਧੀਆ ਪ੍ਰੋਡਕਟਸ ਜਿਹੜੇ ਘਰ ਦੇ ਵਿੱਚ ਹੁੰਦੇ ਆ ਉਹ ਸਾਨੂੰ ਨਿਪ ਦਾ ਈਵਲ ਇਨ ਦਾ ਬਡ, ਮਤਲਬ ਪਹਿਲ ਦੇ ਆਧਾਰ ਦੇ ਉੱਤੇ ਲੈ ਲੈਣੇ ਚਾਹੀਦੇ ਆ। ਔਰ ਸਾਨੂੰ ਜੇ ਜਦੋਂ ਥੋੜੇ ਜਿਹੇ ਸਿੰਪਟਮਸ ਹੁੰਦੇ ਆ ਉਦੋਂ ਹੀ ਅਸੀਂ ਉਹਦੇ ਉੱਤੇ ਕਾਬੂ ਪਾ ਸਕਦੇ ਹੈਗੇ ਆ। ਜੀ ਡਾਕਟਰ ਸਾਹਿਬ। ਔਰ ਡਾਕਟਰ ਸਾਹਿਬ ਇਹਨਾਂ ਤੋਂ ਦਵਾਈਆਂ ਤੋਂ, ਚਾਹੇ ਕੋਈ ਪੈਰਾਸੀਟਾਮੋਲ ਹੀ ਕਿਉਂ ਨਹੀਂ ਹੈਗੀ, ਮਤਲਬ ਇਹਨਾਂ ਤੋਂ ਸਾਨੂੰ ਕੀ ਖਤਰਾ ਆ ਮਤਲਬ ਅੱਜ ਕੱਲ ਦੇ ਟਾਈਮ ਦੇ ਵਿੱਚ? ਪੈਰਾਸੀਟਾਮੋਲ ਜਿਹੜੀ ਹੈਗੀ ਆ ਉਹ ਤਕਰੀਬਨ ਮਤਲਬ ਅਸੀਂ ਦਿਨ ਦੇ ਵਿੱਚ 6 ਗੋਲੀਆਂ ਤੋਂ ਜ਼ਿਆਦਾ ਨਹੀਂ ਲੈ ਸਕਦੇ। ਕਈ ਤਾਂ ਬਹੁਤ ਗੋਲੀਆਂ ਲੈ ਲੈਂਦੇ ਆ। 6 ਗੋਲੀਆਂ ਤੋਂ ਜੇ ਜ਼ਿਆਦਾ ਲੈਂਦੇ ਆ ਤਾਂ ਫਿਰ ਉਹਦੇ ਨਾਲ ਸਾਡਾ ਲਿਵਰ ਜਿਹੜਾ ਹੈਗਾ ਆ ਉਹ ਖਰਾਬ ਹੋ ਜਾਂਦਾ ਹੈਗਾ। ਲਿਵਰ ਉਹਨਾਂ ਡਾਈਜੈਸਟ ਨਹੀਂ ਕਰ ਸਕਦਾ, ਉਹਨੂੰ ਡਿਟੌਕਸੀਫਾਈ ਨਹੀਂ ਕਰ ਸਕਦਾ। ਇਸ ਕਰਕੇ ਲਿਵਰ ਜਿਹੜਾ ਹੈ ਉਹਦੇ ਲਈ ਜ਼ਿਆਦਾ ਗੋਲੀਆਂ ਜਿਹੜੀਆਂ ਆ ਉਹ ਠੀਕ ਨਹੀਂ ਹੈ। ਵੈਸੇ ਵੀ ਜਿਹੜਾ ਪੈਰਾਸੀਟਾਮੋਲ ਦਾ ਰੋਲ ਹੈਗਾ ਆ ਉਹ ਬੁਖਾਰ ਨੂੰ ਕਮ ਕਰਨਾ ਤੇ ਸਾਨੂੰ ਦਰਦਾਂ ਤੋਂ ਨਿਜਾਤ ਪਾਉਣਾ ਹੈਗਾ ਆ। ਜੇ ਦਰਦਾਂ ਨੂੰ ਜ਼ਿਆਦਾ ਤੁਸੀਂ ਟਰਮੈਰਿਕ ਲਾਓ, ਟਰਮੈਰਿਕ ਜਿਹੜਾ ਹੈਗਾ ਆ ਜਿਹਨੂੰ ਅਸੀਂ ਹਲਦੀ ਕਹਿੰਦੇ ਆ, ਉਹ ਹਲਦੀ ਦੀ ਜਿਹੜੀ ਕਰਕਿਊਮਿਨ ਹੈਗੀ ਆ ਉਹ ਤਕਰੀਬਨ ਦੇਖਿਆ ਗਿਆ ਸਾਇੰਸਦਾਨਾਂ ਨੇ ਸਟੱਡੀਜ਼ ਦੇ ਵਿੱਚ ਕਿ ਉਹ ਇਕੁਇਵਲੈਂਟ ਟੂ ਜਿਹੜੀ ਬੁਫਰੋਨ ਹੈਗੀ ਆ, ਕਿਹੜੀ ਬੁਫਰਨ, ਹਾਂਜੀ ਇਬੂਪ੍ਰੋਫਨ ਹੈਗੀ ਆ, ਉਹਦੇ ਇਕੁਇਵਲੈਂਟ ਹੈਗਾ ਆ। ਹਾਂਜੀ ਹਾਂਜੀ। ਉਹਦੀ ਜਿਹੜੀ ਮਤਲਬ ਤਾਕਤ ਹੈਗੀ ਆ ਠੀਕ ਕਰਨ, ਦਰਦ ਨੂੰ ਠੀਕ ਕਰਨ ਦੀ, ਇਬੂਪ੍ਰੋਫਨ ਦੇ ਇਕੁਇਵਲੈਂਟ ਹੈਗੀ ਆ। ਸੋ ਇਸ ਕਰਕੇ ਮਤਲਬ ਤੁਸੀਂ ਪਹਿਲਾਂ ਉਹਨੂੰ ਜੇ ਯੂਜ਼ ਕਰੋ ਤੇ ਨੈਚੁਰਲੀ ਤੁਸੀਂ ਉਹਦਾ ਫਰਕ ਦੇਖੋਗੇ ਕਿ ਤੁਹਾਨੂੰ ਉਹਦੇ ਨਾਲ ਹੀ ਠੀਕ ਹੋ ਜਾਏਗਾ। ਪਰ ਸਾਨੂੰ ਫੇਥ ਨਹੀਂ ਹੁੰਦਾ ਉਹਦੇ ਤੇ। ਦੈਟਸ ਵੈਰੀ ਇੰਪੋਰਟੈਂਟ ਜੀ। ਤੇ ਡਾਕਟਰ ਸਾਹਿਬ ਐਕਚੁਅਲ ਚ ਜੇ ਗੱਲ ਕਰੀਏ ਤਾਂ ਜਿਹੜੀ ਇਹ ਮੈਡੀਸਨ ਆ, ਜਿਹੜੀ ਦਵਾਈਆਂ ਆ, ਹੈ ਕਿ ਤੇ ਮਤਲਬ ਕਿਉਂ ਲੈਣੀਆਂ ਚਾਹੀਦੀਆਂ? ਇਹਨਾਂ ਤੋਂ ਜੇ ਛੁਟਕਾਰਾ ਪਾਉਣ ਦਾ ਕੋਈ ਤਰੀਕਾ ਆ ਕਿ ਛੋਟੀ ਛੋਟੀ ਇਨਫੈਕਸ਼ਨਸ ਚ ਆਪਾਂ ਇਹਨਾਂ ਦੇ ਐਡਿਕਟ ਨਾ ਹੋਈਏ? ਗੱਲ ਉਹ ਫੇਰ ਗੱਲ ਉਹੀ ਆਉਂਦੀ ਹੈਗੀ ਆ ਕਿ ਜਿਹੜੀ ਮੈਡੀਸਨ ਹੈਗੀ ਆ ਇਹਦੀ ਸਾਨੂੰ ਲੋੜ ਨਹੀਂ ਹੁੰਦੀ, ਸਾਡੀ ਡੈਫੀਸ਼ੀਐਂਸੀ ਨਹੀਂ ਹੈ ਇਹਨਾਂ ਦੀ ਜੀ। ਇਹ ਜਿਹੜੀਆਂ ਮੈਡੀਸਨ ਹੈਗੀਆਂ ਆ ਇਹ ਸਾਡੀ ਬੋਡੀ ਨੂੰ ਇਹਨਾਂ ਦੀ ਜ਼ਰੂਰਤ ਨਹੀਂ ਹੈ ਕਿ ਅਸੀਂ ਇਹ ਲੈਣੀਆਂ ਹੀ ਲੈਣੀਆਂ ਹੈਗੀਆਂ ਆ। ਇਹ ਮੈਡੀਸਨ ਅਸੀਂ ਸਿਰਫ ਸਾਡੇ ਸਿੰਪਟਮ ਜਿਹੜੇ ਹੈਗੇ ਆ ਉਹਨਾਂ ਨੂੰ ਟ੍ਰੀਟ ਕਰਨ ਲਈ ਲੈਣੇ ਹੈਗੇ ਆ। ਕੋਈ ਵੀ ਮੈਡੀਸਨ ਐਸੀ ਨਹੀਂ ਹੈ ਕਿ ਜਿਹੜੀ ਰੂਟ ਕਾਜ਼ ਨੂੰ ਠੀਕ ਕਰੇ। ਸਾਰੀਆਂ ਮੈਡੀਸਨ ਜਿੰਨੀਆਂ ਵੀ ਹੈਗੀਆਂ ਆ ਇਹ ਸਿਰਫ ਤੇ ਸਿਰਫ ਸਿੰਪਟਮ ਨੂੰ ਮਤਲਬ ਇੱਕ ਤਰ੍ਹਾਂ ਢੱਕ ਲੈਂਦੀਆਂ ਆ ਜੀ। ਇਸ ਕਰਕੇ ਇਹਨਾਂ ਨੂੰ ਅਸੀਂ ਈਜ਼ੀਲੀ ਮਤਲਬ ਸਿੰਪਟਮ ਜਿਹੜੇ ਹੈਗੇ ਆ, ਸਪੋਜ਼ ਤੁਹਾਨੂੰ ਦਰਦ ਹੋ ਰਿਹਾ, ਤੁਸੀਂ ਇਮੀਡੀਏਟਲੀ ਗੋਲੀ ਲੈ ਲਈ ਆ, ਤੁਹਾਡਾ ਦਰਦ ਠੀਕ ਹੋ ਗਿਆ। ਬਿਮਾਰੀ ਭਾਵੇਂ ਉੱਥੇ ਦੀ ਉੱਥੇ ਹੀ ਹੋਵੇ, ਬਿਮਾਰੀ ਭਾਵੇਂ ਠੀਕ ਨਾ ਹੀ ਹੋਵੇ, ਦਰਦ ਠੀਕ ਹੋ ਗਿਆ, ਤੁਸੀਂ ਫੀਲ ਕਰਦੇ ਆ ਕਿ ਹਾਂ ਮੈਂ ਤਾਂ ਰਿਲੀਵਡ ਹੋ ਗਿਆ। ਸੋ ਜਿਹੜਾ ਸਾਡਾ ਮੇਨ ਮਤਲਬ ਸਾਡਾ ਕੰਸਰਨ ਹੁੰਦਾ ਹੈਗਾ ਆ ਉਹ ਸਾਡੇ ਸਿੰਪਟਮ ਦਾ ਹੁੰਦਾ ਆ। ਜਾਂ ਜਿਹੜਾ ਕੋਈ ਬੁਖਾਰ ਹੈ, ਜਿਸ ਤਰ੍ਹਾਂ ਬੁਖਾਰ ਜਿਹਨੂੰ 104-5 ਹੋ ਗਿਆ ਆ, ਤਾਂ ਜਦੋਂ ਅਸੀਂ ਇਸ ਤਰ੍ਹਾਂ ਦੀ ਟੈਬਲੇਟ ਲੈ ਲੈਂਦੇ ਆ ਤਾਂ ਉਹ ਬੁਖਾਰ ਜਿਹੜਾ ਆ ਇੱਕਦਮ ਉਤਰ ਜਾਂਦਾ ਹੈਗਾ ਆ ਤੇ ਉਹ ਅਸੀਂ ਸਮਝਦੇ ਆ ਕਿ ਅਸੀਂ ਠੀਕ ਹੋ ਗਏ ਆ। ਉਹ ਬੁਖਾਰ ਤਾਂ ਤੁਸੀਂ ਜੇ ਪਾਣੀ ਦੀਆਂ ਪੱਟੀਆਂ ਕਰੋ ਤਾਂ ਉਹਦੇ ਨਾਲ ਵੀ ਉਤਰ ਜਾਂਦਾ ਹੈਗਾ ਆ ਜੀ, ਠੀਕ ਹੈ ਨਾ। ਤੇ ਉਹ ਸਿੰਪਟਮ ਹੈਗਾ ਆ, ਪਰ ਜਿਹੜਾ ਮਤਲਬ ਤੁਹਾਡੀ ਬਿਮਾਰੀ ਹੈਗੀ ਆ ਉਹਨੂੰ ਤਾਂ ਠੀਕ ਕਰਨ ਦੇ ਲਈ ਤੁਹਾਨੂੰ ਗੋਲੀ ਜਿਹੜੀ ਐਕਚੁਅਲ ਮੈਡੀਸਨ ਹੈਗੀ ਆ ਉਹ ਲੈਣੀ ਪੈਣੀ ਹੈਗੀ ਆ। ਜੇ ਐਕਚੁਅਲੀ ਮੈਡੀਸਨ ਤੁਸੀਂ ਉਹਦੀ ਲਓਗੇ, ਜਿੱਦਾਂ ਮਲੇਰੀਆ ਹੈ ਉਹਦੇ ਲਈ ਕੁਨੀਨ ਹੈ ਜੀ, ਠੀਕ ਹੈ ਨਾ। ਉਹ ਕੁਨੀਨ ਦੀ ਗੋਲੀ ਖਾਓਗੇ ਤਾਂ ਤਦ ਹੀ ਤੁਹਾਨੂੰ ਮਲੇਰੀਆ ਤੋਂ ਰਾਹਤ ਹੋਏਗੀ। ਸੋ ਜਾਂ ਫਿਰ ਐਂਟੀਬਾਇਓਟਿਕਸ ਹੈਗੇ ਆ ਜਿਹੜੇ ਕਿ ਬੜੇ ਸਟਰੋਂਗ ਹੁੰਦੇ ਹੈਗੇ ਆ, ਉਹ ਵੀ ਜ਼ਿਆਦਾ ਦੇਰ ਨਹੀਂ ਲੈ ਸਕਦੇ ਅਸੀਂ ਜੀ। ਤੇ ਡਾਕਟਰ ਸਾਹਿਬ ਥੋੜਾ ਜਿਹਾ ਕੁਐਸਚਨ ਵੱਡਾ ਹੈਗਾ ਆ, ਜਿਵੇਂ ਕਿ ਹੁਣ ਅੱਜ ਕੱਲ ਦੀ ਜਨਰੇਸ਼ਨ ਦੀ ਗੱਲ ਕਰੀਏ, ਅੱਜ ਕੱਲ ਦੀ ਜਨਰੇਸ਼ਨ ਜਾਂ ਕਹਿ ਲਓ ਆਉਣ ਵਾਲੇ ਸਮੇਂ 'ਚ ਲੋਕਾਂ ਤੋਂ ਟਾਈਮ ਹੀ ਨਹੀਂ ਹੋਣਾ, ਜੋ ਕਿ ਅੱਜ ਕੱਲ ਦੇ ਸਮੇਂ 'ਚ ਵੀ ਨਹੀਂ ਹੈਗਾ। ਤੇ ਉਹ ਆਪਣੀ ਜਿਹੜੀਆਂ ਪ੍ਰੋਬਲਮਸ ਨੂੰ ਦੇਖ ਸਕਣ, ਜਿਸ ਕਰਕੇ ਜਿਹੜੀਆਂ ਦਵਾਈਆਂ ਨੂੰ ਪ੍ਰਾਇੋਰਟੀ ਦਊਗੇ ਜਾਂ ਦੇ ਵੀ ਰਹੇ ਆ ਹੁਣ ਵੀ, ਤੇ ਜਿਨ੍ਹਾਂ ਨਾਲ ਉਹ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਸ ਆ ਹੋਰ ਵੀ ਕ੍ਰੀਏਟ ਹੋ ਰਹੀਆਂ ਆ, ਉਹਨਾਂ ਲਈ ਕੀ ਸੁਝਾਅ ਆ ਕਿ ਉਹ ਆਪਣੀ ਡਾਈਟ ਨੂੰ ਮੈਨੇਜ ਕਰਨ? ਕੋਈ ਏਦਾਂ ਦੇ 8-10 ਤਰੀਕੇ ਜਿਹੜੇ ਉਹ ਆਪਣੇ ਨੋਟਿਸ 'ਚ ਰੱਖਣ? ਦੇਖੋ ਗੱਲ ਇਹ ਆ ਕਿ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਆ ਕਿ ਇਹ ਸਾਨੂੰ ਦਵਾਈਆਂ ਦੀ ਲੋੜ ਕਿਉਂ ਪੈਂਦੀ ਹੈਗੀ ਆ।
ਜਦੋਂ ਸਾਨੂੰ ਪ੍ਰੋਬਲਮ ਹੁੰਦੀ ਆ। ਜੀ ਜੇ ਅਸੀਂ ਸਾਨੂੰ ਪ੍ਰੋਬਲਮ ਹੋਵੇ ਹੀ ਨਾ, ਜੀ ਬਹੁਤੇ ਲੋਕ ਐਸੇ ਹੈ ਜੇ ਸਾਡੀ ਲਾਈਫ ਸਟਾਈਲ ਮਤਲਬ ਕੋਈ ਗੋਡ ਸੈਂਡ ਬਿਮਾਰੀ ਨਹੀਂ ਹੁੰਦੀ। ਜੀ ਜਿਹੜੀ ਬਿਮਾਰੀ ਕੋਈ ਵੀ ਹੋਣੀ ਆ ਸਾਡੇ ਖਾਣ ਪੀਣ ਰਹਿਣ ਸਹਿਣ ਔਰ ਸਾਡੀਆਂ ਗਲਤੀਆਂ ਦਾ ਨਤੀਜਾ ਆ। ਜੇ ਅਸੀਂ ਉਹ ਗਲਤੀਆਂ ਨਹੀਂ ਕਰਦੇ, ਹੁਣ ਜੇ ਅਸੀਂ ਜਾ ਕੇ ਰੇਹੜੀਆਂ ਦੇ ਉੱਤੇ ਖਾਣਾ ਖਾਣਾ ਹੀ ਹੈਗਾ ਸ਼ਾਮ ਨੂੰ, ਤੇ ਸਾਨੂੰ ਬਿਮਾਰੀ ਹੋਣੀ ਆ। ਜੀ ਜੇ ਸਵੇਰ ਨੂੰ ਉੱਠ ਕੇ ਅਸੀਂ ਸੈਰ ਨਹੀਂ ਕਰਨੀ, ਲੇਜ਼ੀ ਪੁਣਾ ਦਿਖਾਣਾ ਆ, ਤਾਂ ਸਾਨੂੰ ਉਹਦੇ ਕਦੀ ਕਿਤੇ ਦਰਦ ਹੋਣਾ, ਕਦੀ ਕਿਤੇ ਦਰਦ ਹੋਣਾ, ਸਾਡੇ ਬੋਡੀ ਨੇ ਉਹਨੂੰ ਸਾਂਭਣਾ ਨਹੀਂ ਹੈ। ਸੋ ਇਸ ਤਰ੍ਹਾਂ ਦੀਆਂ ਲਾਈਫ ਸਟਾਈਲ ਡਿਜ਼ੀਜ਼ ਜਿੰਨੀਆਂ ਵੀ ਹੈਗੀਆਂ, ਜਾਂ ਹਾਰਟ ਦੀਆਂ ਪ੍ਰੋਬਲਮ ਹੈਗੀਆਂ, ਜਾਂ ਬਲੱਡ ਪ੍ਰੈਸ਼ਰ ਦੀਆਂ ਹੈਗੀਆਂ, ਜਾਂ ਸ਼ੂਗਰ ਦੀਆਂ ਪ੍ਰੋਬਲਮ ਹੈਗੀਆਂ, ਇਹ ਸਾਰੀਆਂ ਲਾਈਫ ਸਟਾਈਲ ਡਿਜ਼ੀਜ਼ ਹੈਗੀਆਂ। ਤੇ ਇਹ ਤਾਂ ਹੋਣੀਆਂ ਹੀ ਹੋਣੀਆਂ ਜੇ ਤੁਸੀਂ ਆਪਣੇ ਲਾਈਫ ਸਟਾਈਲ ਨੂੰ ਠੀਕ ਨਹੀਂ ਰੱਖਣਾ। ਸਭ ਤੋਂ ਪਹਿਲਾਂ ਤਾਂ ਵੱਡੀ ਗੱਲ ਇਹ ਆ ਕਿ ਸਾਡਾ ਲਾਈਫ ਸਟਾਈਲ ਠੀਕ ਹੋਣਾ ਚਾਹੀਦਾ। ਉਹਦੇ ਵਿੱਚ ਕੀ ਕੀ ਚੀਜ਼ਾਂ ਆਉਂਦੀਆਂ? ਪਹਿਲਾਂ ਤਾਂ ਡਾਈਟ ਹੈਗਾ ਸਾਡਾ, ਜਿਹੜਾ ਸਾਡਾ ਪਿਓਰ ਆਰਗੈਨਿਕ ਲੋਕਲ ਡਾਈਟ ਹੈ, ਪਲਾਂਟ ਬੇਸਡ ਡਾਈਟ ਹੈਗਾ, ਫਰੂਟਸ ਹੈਗੇ ਆ, ਵੈਜੀਟੇਬਲਸ ਹੈਗੀਆਂ ਆ। ਇਹ ਸਾਰੀਆਂ ਚੀਜ਼ਾਂ ਅਗਰ ਅਸੀਂ ਕਰਦੇ ਹੈਗੇ ਆ ਤੇ ਸਾਨੂੰ ਡਾਈਟ ਦੇ ਵਿੱਚ ਕੋਈ ਬਿਮਾਰੀ ਦਾ ਚਾਂਸ ਨਹੀਂ ਹੈ। ਫਿਰ ਸਾਡੀ ਐਕਸਰਸਾਈਜ਼ ਹੈ, ਜੇ ਅਸੀਂ ਪ੍ਰੋਪਰ ਐਕਸਰਸਾਈਜ਼ ਕਰਦੇ ਹੈਗੇ ਆ ਤਾਂ ਸਾਡੇ ਜਿੰਨੇ ਜੁਆਇੰਟਸ ਹੈਗੇ ਆ, ਸਾਡੇ ਮਸਲਸ ਹੈਗੇ ਆ, ਸਾਡੀ ਬਾਡੀ ਦੇ ਵਿੱਚ ਫਲੈਕਸੀਬਿਲਿਟੀ ਹੈਗੀ ਆ, ਸਾਡੀ ਬਾਡੀ ਦੇ ਵਿੱਚ ਬੈਲੈਂਸਿੰਗ ਹੈਗੀ ਆ, ਸਾਡੇ ਮਸਲਸ ਦੇ ਵਿੱਚ ਸਟਰੈਂਥ ਹੈਗੀ ਆ। ਕੋਈ ਬਿਮਾਰੀ ਨਹੀਂ ਸਾਨੂੰ ਮਸਕੂਲੋਸਕੈਲਟਲ ਦੀ ਲੱਗਦੀ। ਫਿਰ ਸਾਡੀ ਨੀਂਦ ਹੈਗੀ ਆ, ਜੇ ਅਸੀਂ ਪ੍ਰੋਪਰ ਨੀਂਦ ਲੈਂਦੇ ਹੈਗੇ ਆ, ਨੀਂਦ ਦੇ ਵਿੱਚ 7-8 ਘੰਟੇ ਸਾਨੂੰ ਨੀਂਦ ਆਉਂਦੀ ਹੈਗੀ ਆ, ਸਾਡੀ ਬਾਡੀ ਦੇ ਜਿੰਨੇ ਵੀ ਸਿਸਟਮ ਹੈਗੇ ਆ ਉਹ ਸਾਰੇ ਰੀਜੂਵਿਨੇਟ ਹੋ ਜਾਂਦੇ ਹੈਗੇ ਆ, ਹੀਲ ਹੋ ਜਾਂਦੇ ਆ, ਉਹਨਾਂ ਦੇ ਵਿੱਚ ਡਿਵੈਲਪਮੈਂਟ ਹੋ ਜਾਂਦੀ ਹੈਗੀ ਆ, ਰਿਪੇਅਰ ਹੋ ਜਾਂਦੀ ਹੈਗੀ ਸਲੀਪ ਦੌਰਾਨ। ਤੇ ਅਸੀਂ 9 ਉੱਠਦੇ ਹੈਗੇ ਆ ਸਵੇਰ ਨੂੰ ਰੀਜੂਵਿਨੇਟਡ। ਤੇ ਜੇ ਅਸੀਂ ਸੌਂਦੇ ਨਹੀਂ ਹੈ, ਘੱਟ ਸੌਂਦੇ ਹੈਗੇ ਆ, ਤਾਂ ਸਾਡੀ ਬਾਡੀ ਫੇਰ ਬਿਮਾਰ ਹੋ ਜਾਂਦੀ ਆ। ਸਾਡੇ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਲੈਕ ਆਫ ਸਲੀਪ ਦੇ ਨਾਲ ਹੁੰਦੀਆਂ ਹੈਗੀਆਂ ਆ। ਫਿਰ ਕਈ ਵਾਰੀ ਹੋਰ ਚੀਜ਼ਾਂ ਵੀ ਹੈਗੀਆਂ ਸਾਡੀ, ਅਸੀਂ ਬੇਅਰ ਫੁੱਟ ਆਪਣੇ ਘਰ ਦੇ ਵਿੱਚ ਰਹਿੰਦੇ ਹੈਗੇ ਆ, ਜੁੱਤੀ ਨਹੀਂ ਪਾਉਂਦੇ, ਜ਼ਮੀਨ ਦੇ ਨਾਲ ਜੁੜਦੇ ਆ। ਅੱਜ ਕੱਲ੍ਹ ਦੀਆਂ ਜਿੰਨੀਆਂ ਵੀ ਵਾਇਰਲੈਸਿਸ ਹੈਗੀਆਂ ਆ, ਇਲੈਕਟ੍ਰਿਸਿਟੀ ਇੰਸਟਾਲੇਸ਼ਨਸ ਹੈਗੀਆਂ ਆ, ਉਹਨਾਂ ਦੇ ਵਿੱਚੋਂ ਜਿਹੜੀ ਇਲੈਕਟ੍ਰੋਮੈਗਨੈਟਿਕ ਫ੍ਰੀਕੁਐਂਸੀਜ਼ ਨਿਕਲਦੀਆਂ ਆ, ਉਹ ਕਈ ਬਿਮਾਰੀਆਂ ਦਾ ਕਾਰਨ ਬਣਦੀ ਹੈਗੀ ਆ। ਉਹਨੂੰ ਅਸੀਂ ਨਲੀਫਾਈ ਕਰਨ ਦੇ ਲਈ ਨੰਗੇ ਪੈਰੀਂ ਘਰ ਦੇ ਵਿੱਚ ਰਹਿਣਾ ਚਾਹੀਦਾ ਹੈਗਾ ਆ। ਫਿਰ ਪਾਣੀ ਦਾ ਇਸਤੇਮਾਲ ਹੈਗਾ, ਜੇ 10-15 ਗਲਾਸ ਅਸੀਂ ਪਾਣੀ ਦੇ ਪੀਂਦੇ ਆ ਤੇ ਸਾਡੇ ਕਿਡਨੀ ਪ੍ਰੋਬਲਮ ਨਹੀਂ ਰਹਿੰਦੀ, ਸਾਡਾ ਯੂਰਿਨ ਠੀਕ ਹੁੰਦਾ ਹੈਗਾ, ਸਾਡੀ ਡਿਟੌਕਸੀਫਿਕੇਸ਼ਨ ਹੋ ਜਾਂਦੀ ਹੈਗੇ, ਜਿੰਨੇ ਸਾਡੇ ਟੌਕਸਿਨਸ ਹੈਗੇ ਆ ਉਹ ਨਿਕਲ ਜਾਂਦੇ ਆ, ਯੂਰਿਕ ਐਸਿਡ ਦੀ ਪ੍ਰੋਬਲਮ ਨਹੀਂ ਹੁੰਦੀ। ਜੇ ਫਿਰ ਸਾਡੇ ਸਨ ਬਾਥ ਹੈਗਾ, ਤੇ ਅੱਜ ਕੱਲ ਗਰਮੀ ਇੰਨੀ ਹੈਗੀ ਆ, ਅਸੀਂ ਗਰਮੀ ਤੋਂ ਬਹੁਤ ਬਚਦੇ ਆ, ਪਰ ਫਿਰ ਵੀ ਜੇ 10-12 ਮਿੰਟ ਅਸੀਂ ਧੁੱਪ ਦੇ ਲੈ ਲੈਨੇ ਹੈਗੇ ਆ ਤਾਂ ਸਾਡਾ ਵਿਟਾਮਿਨ ਡੀ ਜਿਹੜਾ ਹੈਗਾ ਆ ਉਹ ਸਾਡਾ ਪੂਰਾ ਅੱਜ ਕੱਲ ਹੋ ਜਾਂਦਾ ਹੈਗਾ, ਜਿਹੜਾ ਕਿ ਗੋਡ ਗਿਫਟਡ ਹੈਗਾ। ਇੰਡੀਆ ਦੇ ਵਿੱਚ ਬਾਹਰਲੇ ਦੇਸ਼ਾਂ ਦੇ ਵਿੱਚ ਤਾਂ ਧੁੱਪ ਮਿਲਦੀ ਨਹੀਂ ਹੈ, ਸੋ ਇਸ ਕਰਕੇ ਉਹਨੂੰ ਕਦੀ ਅਸੀਂ ਇਸਤੇਮਾਲ ਹੀ ਨਹੀਂ ਕੀਤਾ ਹੈਗਾ ਆ, ਕਦੀ ਬਾਹਰ ਨਿਕਲੇ ਹੀ ਨਹੀਂ ਹੈ। ਜੇ ਬਾਹਰ ਨਿਕਲੇ ਵੀ ਆ ਤਾਂ 5-10 ਮਿੰਟ ਵੀ ਅਸੀਂ ਧੁੱਪ ਦੇ ਵਿੱਚ ਨਹੀਂ ਖੜੇ ਹੋ ਸਕਦੇ, ਤੇ ਅਵੋਇਡ ਕਰਦੇ ਹੈਗੇ ਆ। ਅਗਰ ਇਹਨਾਂ ਚੀਜ਼ਾਂ ਦਾ ਖਿਆਲ ਰੱਖੀਏ ਅਸੀਂ, ਤੇ ਨੈਚੁਰਲੀ ਅਸੀਂ ਔਰ ਲੰਬੇ ਸਾਹ ਲਈਏ, ਡੀਪ ਬਰੀਥਿੰਗ ਜਿਹੜੀ ਕਰਦੇ ਹੈਗੇ ਆ ਅਸੀਂ, ਉਹਦੇ ਨਾਲ ਕਾਫੀ ਬਿਮਾਰੀਆਂ ਜਿਹੜੀਆਂ ਹੈਗੀਆਂ ਉਹਨਾਂ ਦਾ ਹੱਲ ਹੋ ਸਕਦਾ ਹੈਗਾ ਆ। ਸੋ ਇਸ ਤਰ੍ਹਾਂ ਦੇ ਕਈ ਤਰੀਕੇ ਹੈਗੇ ਆ ਜਿਹੜੇ ਕਿ ਸਾਨੂੰ ਆਪਣੇ ਡੇਲੀ ਰੂਟੀਨ ਦੇ ਵਿੱਚ ਅਡਾਪਟ ਕਰਨੇ ਪੈਂਦੇ ਆ। ਸਾਨੂੰ ਬਿਮਾਰੀ ਲਾਗੇ ਨਹੀਂ ਆਉਣੀ ਚਾਹੀਦੀ, ਗੋਲੀਆਂ ਦਾ ਤਾਂ ਸਹਾਰਾ ਹੀ ਨਹੀਂ ਲੈਣਾ ਪੈਣਾ ਜੇ ਅਸੀਂ ਆਪਣੇ ਆਪ ਨੂੰ ਬਿਲਕੁਲ ਸਹੀ ਰੱਖਣਾ ਚਾਹੁੰਦੇ ਆ। ਪਰ ਗੱਲ ਇਹ ਆ ਕਿ ਸਹੀ ਰੱਖੇ ਕੌਣ, ਇਹ ਨਹੀਂ ਅਸੀਂ ਸੋਚਦੇ। ਦੈਟ ਇਜ਼ ਇੰਪੋਰਟੈਂਟ। ਜੀ ਡਾਕਟਰ ਸਾਹਿਬ, ਥੈਂਕ ਯੂ। ਤੇ ਡਾਕਟਰ ਸਾਹਿਬ ਇੱਕ ਛੋਟਾ ਜਿਹਾ ਕੁਐਸਚਨ ਹੋਰ, ਕਿ ਕੀ ਸੁਝਾਅ ਆ ਪੇਰੈਂਟਸ ਵਾਸਤੇ ਜਿਹੜੇ ਮਤਲਬ ਬੱਚਿਆਂ ਨੂੰ ਛੋਟੀ ਉਮਰ 'ਚ ਹੀ ਜਿਵੇਂ ਦਵਾਈਆਂ ਦੇ ਅਡਿਕਟ ਨਾ ਕਰਕੇ ਉਹਨਾਂ ਦੀ ਡਾਈਟ ਨੂੰ ਮਤਲਬ ਖਿਆਲ ਰੱਖਣ ਵਧੀਆ, ਤਾਂ ਜੋ ਜਿਹੜੇ ਬੱਚੇ ਆ ਫੂਡ ਤੇ ਫਰੂਟਸ ਸਬਜ਼ੀਆਂ ਇਹਨਾਂ ਨੂੰ ਹੀ ਮਤਲਬ ਪ੍ਰਾਇੋਰਟੀ ਦੇ ਸਕਣ, ਤੇ ਦਵਾਈਆਂ ਉਹਨਾਂ ਲਈ ਇੱਕ ਸੁਪਨਾ ਹੀ ਬਣ ਜਾਵੇ, ਮਤਲਬ ਉਹਨਾਂ ਨੂੰ ਪਤਾ ਹੀ ਨਾ ਹੋਵੇ ਕਿ ਇਹ ਚੀਜ਼ ਵੀ ਲੈਣੀ ਹੈ। ਬਿਲਕੁਲ ਸਹੀ ਗੱਲ ਕੀਤੀ ਹੈ ਤੁਸੀਂ। ਦੇਖੋ, ਬੱਚਾ ਜਿਹੜਾ ਹੈਗਾ ਆ ਉਹ ਤੁਹਾਡੇ ਕਹਿਣ ਨਾਲ ਨਹੀਂ ਸਿੱਖਦਾ ਕਿ ਤੁਸੀਂ ਬੱਚੇ ਨੂੰ ਕਹੋ ਵੀ ਆਹ ਖਾਓ ਆਹ ਨਾ ਖਾਓ। ਬੱਚਾ ਤੁਹਾਨੂੰ ਦੇਖ ਕੇ ਸਿੱਖਦਾ ਹੈ। ਜੇ ਤੁਸੀਂ ਸਬਜ਼ੀਆਂ ਵਗੈਰਾ ਖਾਓਗੇ, ਫਰੂਟ ਵਗੈਰਾ ਖਾਓਗੇ, ਤੁਹਾਡੀ ਖੁਰਾਕ ਜੋ ਹੈਗੀ ਆ ਤੁਸੀਂ ਉਹ ਖਾਓਗੇ ਤੇ ਬੱਚਾ ਵੀ ਉਹੀ ਖਾਏਗਾ। ਤੁਸੀਂ ਆਪ ਤਾਂ ਕੁਲਫੀਆਂ ਖਾਓਗੇ ਤੇ ਆਈਸਕ੍ਰੀਮਾਂ ਖਾਓਗੇ ਤੇ ਬੱਚੇ ਨੂੰ ਕਹੋਗੇ ਸਬਜ਼ੀਆਂ ਖਾਓ, ਕਿੱਦਾਂ ਖਾਏਗਾ?
नहीं खा सकता, समझे कि नहीं? जी जो तुसी खाओगे वो ਤੁਹਾਡਾ ਬੱਚਾ ਖਾਏਗਾ। ਸੋ ਉਹਨੂੰ ਐਗਜ਼ਾਮਪਲ ਸੈੱਟ ਕਰਕੇ ਦਿਓ ਕਿ ਜੋ ਅਸੀਂ ਖਾਂਦੇ ਆ ਬੇਟੇ ਇਹਦੇ ਵਿੱਚ ਤਾਕਤ ਹੈਗੀ ਆ, ਇਹਦੇ ਵਿੱਚ ਬਿਮਾਰੀ ਨਹੀਂ ਆਂਦੀ, ਇਹ ਸਾਡੇ ਲਈ ਰਿਸ਼ਟ ਪੁਸ਼ਟ ਕਰਦਾ ਹੈਗਾ ਆ, ਸਾਡੀ ਹੈਲਥ ਲਈ ਅੱਛਾ ਹੈਗਾ ਆ, ਇਹ ਅਸੀਂ ਵੀ ਖਾਂਦੇ ਆ, ਤੁਸੀਂ ਵੀ ਖਾਓ। ਫੇਰ ਤਾਂ ਬੱਚਾ ਤੁਹਾਡਾ ਖਾਏਗਾ। ਤੁਸੀਂ ਖਾਓ ਆਈਸਕ੍ਰੀਮਾਂ ਤੇ ਹੋਰ ਤੇ ਬੱਚੇ ਨੂੰ ਕਹੋ ਤੁਸੀਂ ਵੀ ਪਲਾਂਟ ਬੇਸਡ ਫੂਡ ਖਾਓ, ਉਹ ਕਿੱਦਾਂ ਖਾਏਗਾ? ਨਹੀਂ ਖਾਏਗਾ। ਜੀ ਬਿਲਕੁਲ। ਜਦੋਂ ਤੋਂ ਤੁਸੀਂ ਬਚਪਨ ਤੋਂ ਹੀ ਉਹਦੀ ਆਦਤ ਪਾ ਦਿਓਗੇ ਤਾਂ ਬੱਚਾ ਉਹੀ ਆਦਤ ਜਿਹੜੀ 7 ਸਾਲ ਤੱਕ ਜਿਹੜੀ ਆਦਤ ਤੁਹਾਡੇ ਬੱਚੇ ਨੂੰ ਪੈ ਗਈ ਆ, ਉਹ ਤੁਹਾਡੀ ਇੱਕ ਹੈਬਿਟ ਬਣ ਜਾਂਦੀ ਬੱਚੇ ਦੀ ਉਮਰ ਭਰ, ਤਾਂ ਉਮਰ ਉਹ ਹੈਬਿਟ ਰਹਿੰਦੀ ਆ। ਸੋ ਇਸ ਕਰਕੇ ਜਿੰਨੇ ਵੀ 7 ਸਾਲ ਤੋਂ ਥੱਲੇ ਵਾਲੇ ਬੱਚੇ ਹੈਗੇ ਆ, ਉਹਨਾਂ ਨੂੰ ਜਿੱਦਾਂ ਦੀ ਆਦਤ ਤੁਸੀਂ ਪਾ ਦਿਓਗੇ ਉਹ ਉਦਾਂ ਦੀ ਆਦਤ ਹੋਏਗੀ, ਔਰ ਸਿੱਖੂਗਾ ਬੱਚਾ ਮਾਂ-ਬਾਪ ਨੂੰ ਦੇਖ ਕੇ। ਮਾਂ-ਬਾਪ ਜੋ ਕਰਦੇ ਆ, ਮਾਂ-ਬਾਪ ਤੋਂ ਸੁਣ ਕੇ ਨਹੀਂ ਅਸਰ ਕਰੇਗਾ ਕਿ ਮਾਂ-ਬਾਪ ਕਹਿਣ ਤਾਂ ਕੁਝ ਹੋਰ ਤੇ ਕਰਨ ਕੁਝ ਹੋਰ, ਉਹ ਬੱਚਾ ਨਹੀਂ ਸਿੱਖ ਸਕਦਾ। ਜੀ ਬਿਲਕੁਲ ਠੀਕ ਹੈ ਡਾਕਟਰ ਸਾਹਿਬ। ਤੇ ਅਗਰ ਕਿਸੇ ਦਾ ਵੀ ਕੋਈ ਕੁਐਸਚਨ ਹੈਗਾ ਆ ਤਾਂ ਉਹ ਆਪਣੇ ਆਪ ਨੂੰ ਅਨਮਿਊਟ ਕਰਕੇ ਪੁੱਛ ਸਕਦੇ ਆ ਜਾਂ ਫਿਰ ਹੈਂਡ ਰੇਜ਼ ਕਰ ਸਕਦੇ ਆ। ਅਦਰਵਾਈਜ਼ ਜਿਹੜਾ ਅੱਜ ਦਾ ਸਾਡਾ ਸੈਸ਼ਨ ਸੀਗਾ ਕਾਮਨ ਏਲਮੈਂਟਸ ਤੇ ਕਾਮਨ ਏਲਮੈਂਟਸ ਕੀ ਹੁੰਦੀਆਂ, ਡਾਕਟਰ ਸਾਹਿਬ ਨੇ ਬਹੁਤ ਹੀ ਕਲੀਅਰ ਸਾਨੂੰ ਦੱਸ ਦਿੱਤਾ ਹੈ ਕਿ ਛੋਟੀਆਂ-ਛੋਟੀਆਂ ਇਨਫੈਕਸ਼ਨਾਂ, ਐਲਰਜੀਜ਼ ਤੇ ਉਹ ਕਿੰਨੇ ਤਰੀਕੇ ਦੀਆਂ ਆ ਤੇ ਉਹਨਾਂ ਵਿੱਚ ਤੋਂ ਕਿਉਰ ਕਰਨ ਲਈ ਸਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ, ਪਲਾਂਟ ਬੇਸਡ ਫੂਡ ਖਾਣਾ ਚਾਹੀਦਾ। ਸਾਡੇ ਘਰ 'ਚ ਹੀ ਬਹੁਤ ਸਾਰੀਆਂ ਹਰਬਸ ਔਰ ਇੱਦਾਂ ਦੀਆਂ ਚੀਜ਼ਾਂ ਆ ਜਿਨ੍ਹਾਂ ਨੂੰ ਅਸੀਂ ਦੇਸੀ ਇਲਾਜ ਕਹਿ ਦਿੰਦੇ ਆ ਤੇ ਉਹ ਈਜ਼ੀਲੀ ਕਿਉਰ ਕਰ ਜਾਂਦੀਆਂ ਵਿਦਆਊਟ ਮੈਡੀਸਨ। ਤੇ ਜਿਹੜਾ ਅੱਜ ਦਾ ਸੈਸ਼ਨ ਸੀ, ਹੋਪ ਤੁਹਾਨੂੰ ਮੈਡੀਸਨ ਦੇ ਬਾਰੇ ਵੀ ਬਹੁਤ ਸਹੀ ਜਾਣਕਾਰੀ ਮਿਲੀ ਹੋਊਗੀ, ਤਾਂ ਜਿਹੜੀਆਂ ਛੋਟੀਆਂ-ਛੋਟੀਆਂ ਇਨਫੈਕਸ਼ਨਸ ਆ ਉਹਨਾਂ ਨੂੰ ਕਿਵੇਂ ਸਹੀ ਕਰਨਾ ਉਹਨਾਂ ਬਾਰੇ ਵੀ ਤੁਹਾਨੂੰ ਪਤਾ ਲੱਗਿਆ ਹੋਊਗਾ। ਤੇ ਆਪਾਂ ਡਾਕਟਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਆਪਣਾ ਇੰਨਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਹਮੇਸ਼ਾ ਬਹੁਤ ਸਾਰੀ ਜਾਣਕਾਰੀ ਸਾਂਝਾ ਕਰਦੇ ਆ, ਤਾਂ ਕਿ ਜਿਹੜੀਆਂ ਅਸੀਂ ਆਪਣੀ ਬੋਡੀ ਬਾਰੇ ਜਾਣ ਸਕੀਏ ਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਜਾਂ ਇਨਫੈਕਸ਼ਨਸ ਨੂੰ ਈਜ਼ੀਲੀ ਘਰ ਬੈਠੇ ਹੀ ਕਿਉਰ ਕਰ ਸਕੀਏ। ਤੇ ਆਪਾਂ ਨੈਕਸਟ ਸੈਸ਼ਨ 'ਚ ਫਿਰ ਜ਼ਰੂਰ ਮਿਲਾਂਗੇ ਇੱਕ ਬਹੁਤ ਵਧੀਆ ਟੌਪਿਕ ਲੈ ਕੇ। ਥੈਂਕ ਯੂ ਡਾਕਟਰ ਸਾਹਿਬ। ਸ਼ੁਕਰੀਆ ਜੀ, ਸ਼ੁਕਰੀਆ। Thank you to all of you. Good evening to all of you. Good evening, Dr. Sam. Good evening. Thank you.